पता है जी कि विधान सभा के मैंबर बनने बहुत जरूरी ने। विधान परिषद मैं दसांगा कि विधान परिषद हाँ जी बहुत जरूरी ने। हाँ ਉਹਦਾ ਕਾਰਨ ਇਹ ਹੈ ਜੀ ਕਿ ਕਈ ਸਾਡੇ ਲੈਕ ਬੜੇ ਲੈਕ ਜਿੱਦਾਂ ਸੰਤ ਲੁਧਿਆਣੇ ਵਾਲੇ ਸੰਤ ਹੈਗੇ ਆਪਣੇ, ਅਗਰ ਇਹੋ ਜਿਹੇ ਬੰਦੇ ਇਲੈਕਸ਼ਨ ਨਹੀਂ ਲੜਦੇ ਇਹਨਾਂ ਨੂੰ ਸੈਂਟਰ 'ਚ ਲਿਜਾਣਾ ਬਹੁਤ ਜ਼ਰੂਰੀ ਹੈ, ਜਿਹੜੇ ਉੱਥੇ ਜਾ ਕੇ ਆਪਣੀ ਗੱਲ ਕਰਨ। ਕਿ ਸਟੇਟਾਂ 'ਚ ਕਈ ਵਾਰੀ ਹੁੰਦਾ ਕੀ ਹੈ ਜੀ ਕਿ ਜਿੱਦਾਂ ਹੁਣ ਪੰਜਾਬ 'ਚ ਆਮ ਪਾਰਟੀ ਦੀ ਸਟੇਟ ਹੈਗੀ ਹੈ ਤੇ ਆਪਣਾ ਜਿਹੜਾ ਥੋੜਾ ਬਹੁਤਾ ਜ਼ੋਰ ਦਿਖਾਣਾ ਹਰ ਇੱਕ ਸਟੇਟ ਨੇ ਉੱਥੇ ਸੈਂਟਰ 'ਚ ਦਿਖਾਣਾ, ਉਹਦੇ ਨਾਲ ਬਿੱਲ ਜਿਹੜਾ ਉਹ ਤੋਂ ਪਾਸ ਹੋ ਕੇ ਥੱਲੇ ਪਾਸ ਹੋਣਾ ਬਹੁਤ ਜ਼ਰੂਰੀ ਹੈ। ਕੋਈ ਤਾਂ ਕਦੇ ਕੋਈ ਲੋੜ ਨਹੀਂ ਹੈਗੀ ਸਰਕਾਰ ਚਲਾਉਣ ਦੀ ਖਾਤਰ, KPS ਇਕੱਲਾ ਸਰਕਾਰ ਚਲਾਈ ਗਿਆ, ਇਹਨੇ ਹੁਣ ਤਾਂ ਬਹੁਤ ਵੱਡੀ ਟੀਮ ਹੈ, ਕੋਈ ਲੋੜ ਨਹੀਂ ਵਾਧੂ ਪੰਜਾਬ ਤੇ ਭਾਰੀ ਪੈਣਾ। ਨਹੀਂ ਉਹ ਹਾਲੀ ਦਿੱਲੀਓਂ ਬਹੁਤ ਆਉਣੇ ਨੇ ਜੀ। ਓਕੇ ਦਿੱਲੀਓਂ ਬਹੁਤ ਆਉਣਗੇ ਸਾਨੂੰ ਸਭ ਦਿੱਲੀਓਂ ਇੰਨੇ ਆਉਣੇ ਆ ਨਾ ਵੀ ਇਹਨਾਂ ਕੋਲ ਸਾਂਭੇ ਨਹੀਂ ਜਾਣੇ। ਬਿਲਕੁਲ ਰਹਿਣਗੇ ਔਰ ਇਹਨਾਂ ਇਹ ਕਬਜ਼ਾ ਜਿਹੜਾ ਹੈ ਉਹ ਕਰਨਾ ਚਾਹੁੰਦੇ ਆ ਹੌਲੀ ਹੌਲੀ, ਹਾਂਜੀ ਬਾਈ ਦਿਸ ਵੇ ਔਰ ਦੈਟ ਵੇ। ਹਾਂਜੀ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਵੀ ਸਾਡੇ ਦੇਸ਼ 'ਚ ਪਹਿਲਾਂ ਹੀ VIP ਲੋਕ ਬਹੁਤ ਬੈਠੇ ਆ ਜਿਹੜੇ ਕਿ ਵਾਧੂ ਦਾ ਖਰਚਾ ਹੀ ਆ। ਕੀ ਮੇਰਾ ਖਿਆਲ ਕਾਰਗੁਜ਼ਾਰੀ ਹੋਊਗੀ, ਮੈਂ ਇੱਕ ਦੀ ਗੱਲ ਨਹੀਂ ਕਰਦਾ, ਬਹੁਤਿਆਂ ਦੀ ਗੱਲ ਕਰਦਾ ਜਿਹੜੇ ਸਿਰਫ ਜਾਂ ਤਾਂ ਫਿਰ ਜਿਵੇਂ ਤੁਸੀਂ ਜ਼ਿਕਰ ਕੀਤਾ ਹਾਰੇ ਹੁੰਦੇ ਆ, ਜਾਂ ਜਿਨ੍ਹਾਂ ਦਾ ਪਾਰਟੀਆਂ ਤੋਂ ਥੋੜੇ ਜਿਹੇ ਤੇਵਰ ਦਿਖਾਉਂਦੇ ਆ, ਇੱਕ ਦੂਜੇ ਦੇ ਉੱਤੋਂ ਦੀ ਲੈ ਕੇ ਲੀਡਰੀਆਂ ਲੈਣ, ਉਹਨਾਂ ਨੂੰ ਉਧਰ ਧੱਕ ਦਿੰਦੇ ਖੜਾ ਚਲਾਉਣ ਦੇ ਮਾਰੇ। ਇਹੀ ਚੱਲਦਾ ਰਿਹਾ। ਮੈਂ ਤਾਂ ਇਹ ਕਹੂੰਗਾ ਕਿਉਂ ਨਹੀਂ ਸਾਰਾ ਹੀ ਤਾਣਾ ਬਣਾ ਚੰਗਾ ਹੋ ਜੇ, ਤੇ ਜੇ ਇਹਨਾਂ ਨੇ ਚਿਹਤੇ ਹੀ ਭੇਜਣੇ ਆ, ਜੇ ਸੈਲੀਬ੍ਰਿਟੀ ਭੇਜਣੇ, ਪੈਸੇ ਲੈ ਕੇ ਭੇਜਣੇ, ਫਿਰ ਮੇਰਾ ਖਿਆਲ ਨਹੀਂ ਉਹਦਾ ਕੋਈ ਫਾਇਦਾ, ਵਾਧੂ ਭਾਰ ਹੈ ਜੀ ਉਹ। ਇਹ ਵੀਰ ਜੀ ਤੁਸੀਂ ਦੇਖੋ, ਇਹ ਕੇਜਰੀਵਾਲ ਦੀ ਟੇਢੀ ਚਾਲ ਹੈਗੀ ਆ। ਜਿਸ ਤਰ੍ਹਾਂ ਉਹਨੇ ਰਾਜ ਸਭਾ ਦੇ ਵਿੱਚ ਸਾਰੇ ਦਿੱਲੀ ਦੇ ਬੰਦਿਆਂ ਨੂੰ ਆਪਣੇ ਚਹੇਤੇ ਨੂੰ ਵਾੜਿਆ, ਇਸੇ ਤਰ੍ਹਾਂ ਜਿਹੜੀ ਇਹ ਪਰਿਸ਼ਦ ਦੀ ਇਹ ਮਤਲਬ ਮੰਗ ਕਰ ਰਹੇ ਉਹਦੇ ਵਿੱਚ ਦੇ ਤੌਰ ਤੇ ਦਿੱਲੀ ਦਾ ਕਬਜ਼ਾ ਕਰਾ ਦੇਣਾ ਇਹਨਾਂ ਨੇ। ਵੀਰ ਜੀ ਸਾਡੇ ਸਾਹਮਣੇ ਆ ਜੀ, ਇਹਨਾਂ ਨੇ ਜਿਹੜੇ ਤੁਸੀਂ ਦੇਖ ਲਓ ਰਾਜ ਸਭਾ ਦੇ ਵਿੱਚ ਦੇਖ ਲਓ, ਉਹ ਹਿੰਦੀ ਮੂਵੀਆਂ ਦੇ ਐਕਟਰ ਬਿਠਾ ਕੇ ਲਿਆ ਕੇ ਉਹਨਾਂ ਨੂੰ ਕਿਹੜੀ ਸਲਾਹ ਦੇ ਰਿਹਾ ਜੀ ਉੱਥੇ। ਜਿਹੜੇ ਜਿੱਤ ਕੇ MLA ਹੁੰਦੇ ਉਹਨਾਂ ਦੇ ਵਸ ਦਾ ਰੋਗ ਨਹੀਂ ਸਰਕਾਰਾਂ ਚਲਾਉਣੀਆਂ। ਟੈਕਟਿਕਸ ਕੰਮ ਦਾ ਜਾਣੂ ਹੋਣਾ, ਆਪਦੇ ਪੰਜਾਬ ਬਾਰੇ ਵਾਕਫੀਤ ਹੋਣਾ, ਇਟਸ ਨਾਟ ਏ ਈਜ਼ੀ ਜੌਬ। तो मैं कोई राय दूंगा कि ਬੰਦੇ ਜਿਹੜੇ ਹਰ ਸ਼ੋਭਿਆਂ ਚੋਂ ਟੌਪ ਦੇ ਬੰਦੇ ਆ ਹੋਣੇ ਚਾਹੀਦੇ। ਪਰ ਉਹ ਕਿਵੇਂ ਯਕੀਨੀ ਬਣਾਇਆ ਜਾਵੇ, ਇਹ ਕਿਵੇਂ ਯਕੀਨੀ ਬਣਾਇਆ ਜਾਵੇ ਵੀ ਚੰਗੇ ਬੰਦੇ ਹੀ ਹੋਣਗੇ? ਹਾਂ ਪਰਿਸ਼ਦ ਨਾ ਬਣਾਓ ਤੁਸੀਂ, ਉਹਦੇ ਚ ਹਰ ਜਦੋਂ ਇਲੈਕਸ਼ਨ ਹੋਵੇ ਹਰ ਸਾਲ ਉਹਦੇ ਚ ਨੋਮੀਨੇਸ਼ਨ ਹੋਵੇ 8-10 ਬੰਦਿਆਂ ਦੀ, ਗਿਣ ਲਓ, ਬੜੇ ਨਾ ਕਰੋ 10 ਕਰ ਲਓ। ਓਕੇ ਬੜਾ ਜ਼ਰੂਰੀ ਹੈ। नमस्कार, अस्सलाम वालेकुम, सत श्री अकाल। मैं हाँ कमर संधू। इस ਵੇਲੇ ਨਾਰਥ ਅਮਰੀਕਾ 'ਚ ਹੈ, ਮੰਗਲਵਾਰ ਦੀ ਸ਼ਾਮ, ਭਾਰਤ 'ਚ ਹੈ ਬੁੱਧਵਾਰ ਦੀ ਸਵੇਰ, ਨਾਨਕਸ਼ਾਹੀ ਸੰਮਤ 555 ਭਾਦੋਂ ਦੀ 21 ਤਰੀਕ ਹੈ ਔਰ ਤੁਸੀਂ ਦੇਖ ਰਹੇ ਜੇ ਤੁਹਾਡਾ ਆਪਣਾ ਸ਼ੋਅ ਹੈਲੋ ਗਲੋਬਲ ਪੰਜਾਬ। ਇਹ ਸ਼ੋਅ ਗਲੋਬਲ ਪੰਜਾਬ TV ਤੇ ਚੈਨਲ ਪੰਜਾਬੀ ਤੇ ਰੋਜ਼ ਵਾਂਗੂ ਅੱਜ ਵੀ ਲਾਈਵ ਟੈਲੀਕਾਸਟ ਹੈ। ਅਸੀਂ ਇਸ ਵੇਲੇ ਗਲੋਬਲ ਪੰਜਾਬ TV ਦੇ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਹਾਂ, ਕਮਰ ਸੰਧੂ ਨਿੱਜੀ ਫੇਸਬੁੱਕ ਪੇਜ ਉੱਪਰ ਵੀ ਲਾਈਵ ਹਾਂ ਔਰ OTT ਪਲੇਟਫਾਰਮ Jio TV ਤੇ ਡੇਲੀ ਹੰਟ ਉੱਪਰ ਵੀ ਇਸ ਸ਼ੋਅ ਨੂੰ ਤੁਸੀਂ ਦੇਖ ਸਕਦੇ ਜੀ। ਕਾਲ ਇਨ ਸ਼ੋਅ ਆ, ਸੋ ਕਾਲ ਕਰਨਾ ਨਾ ਭੁੱਲਿਓ। ਕਾਲ ਕਰਨ ਵਾਸਤੇ ਜਿਹੜਾ ਨੰਬਰ ਹੈ ਉਹ ਤੁਹਾਡੀ ਸਕਰੀਨ ਤੇ ਲਗਾਤਾਰ ਡਿਸਪਲੇ ਹੋਊਗਾ। ਤੁਸੀਂ ਫੇਸਬੁੱਕ ਤੇ ਵੀ ਕਮੈਂਟਸ ਪੋਸਟ ਕਰ ਸਕਦੇ ਜੀ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਫੇਸਬੁੱਕ ਤੇ ਕਾਫੀ ਕਮੈਂਟ ਜਿਹੜੇ ਅੱਜ ਦੇ ਵਿਸ਼ਾ ਨਾਲ ਸੰਬੰਧਿਤ ਹੋਣ ਜ਼ਰੂਰ ਸ਼ੇਅਰ ਅਸੀਂ ਕਰੀਏ। ਇਹਦੇ 'ਚ ਅਸੀਂ ਜਿਹੜੇ ਮੁਲਕ ਦੇ ਪੱਖ ਦੇ ਮਸਲੇ ਨੇ, ਪੰਜਾਬ ਦੇ ਪੱਖ ਦੇ ਮਸਲੇ ਨੇ, ਕਰੰਟ ਇਵੈਂਟਸ ਨੇ, ਉਹਨਾਂ ਤੇ ਵਿਚਾਰ ਚਰਚਾ ਕਰਦੇ ਹਾਂ। ਤੇ ਅੱਜ ਆਪਾਂ ਗੱਲ ਕਰਾਂਗੇ ਸਟੇਟਾਂ ਦੇ ਵਿੱਚ ਰਾਜ ਸਭਾ ਵਰਗੀ ਇੱਕ ਸਦਨ ਦੀ ਜਾਂ ਇੱਕ ਸੰਸਥਾ ਦੀ। ਰਾਜ ਸਭਾ ਵਾਂਗੂ ਕੁਝ ਸਟੇਟਾਂ ਦੇ ਵਿੱਚ ਉੱਥੇ ਵਿਧਾਨ ਸਭਾ ਦੇ ਨਾਲ ਨਾਲ ਵਿਧਾਨ ਪ੍ਰੀਸ਼ਦ ਯਾਨੀ ਅਪਰ ਹਾਊਸ ਵੀ ਸਥਾਪਿਤ ਕੀਤਾ ਗਿਆ ਵਾ। ਇਸ ਵੇਲੇ 6 ਸਟੇਟਾਂ ਦੇ ਵਿੱਚ ਅਪਰ ਹਾਊਸ ਯਾਨੀ ਵਿਧਾਨ ਪ੍ਰੀਸ਼ਦ, ਵਿਧਾਨ ਸਭਾ ਵੀ ਹੈ ਤੇ ਵਿਧਾਨ ਪ੍ਰੀਸ਼ਦ, ਇਹ ਦੋਵੇਂ ਹੀ ਨਾਲ ਨਾਲ ਚੱਲਦੇ ਨੇ।
ਪੰਜਾਬ ਦੇ ਵਿੱਚ ਵੀ ਵਿਧਾਨ ਪਰਿਸ਼ਦ ਹੁੰਦਾ ਸੀ, 1970 ਦੇ ਵਿੱਚ ਇਹਨੂੰ ਖਤਮ ਕਰ ਦਿੱਤਾ ਗਿਆ ਸੀ। ਜੋ ਹੁਣ ਮੀਡੀਆ ਰਿਪੋਰਟਸ ਆ ਰਹੀਆਂ ਨੇ ਉਹਨਾਂ ਮੁਤਾਬਕ ਭਗਵੰਤ ਮਾਨ ਸਰਕਾਰ ਚਾਹੁੰਦੀ ਆ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਨਾਲ ਇੱਥੇ ਵਿਧਾਨ ਪਰਿਸ਼ਦ ਵੀ ਸਥਾਪਿਤ ਕੀਤਾ ਜਾਵੇ। ਓਬਵੀਅਸਲੀ ਇਹਦੇ ਵਾਸਤੇ ਵਿਧਾਨ ਸਭਾ ਜਿਹੜੀ ਉਹ ਮਤਾ ਪਾਸ ਕਰਦੀ ਆ, ਔਰ ਇਹ ਮਤਾ ਜਿਹੜਾ ਵਾ ਇਹ ਪਾਰਲੀਮੈਂਟ ਸੰਸਦ ਦੇ ਕੋਲ ਜਾਂਦਾ ਵਾ, ਔਰ ਉਹਨਾਂ ਦੀ ਅਪਰੂਵਲ ਦੇ ਨਾਲ, ਸੰਸਦ ਦੀ ਅਪਰੂਵਲ ਦੇ ਨਾਲ ਹੀ ਇਹ ਵਿਧਾਨ ਪਰਿਸ਼ਦ ਜਿਹੜੀ ਆ ਸਥਾਪਿਤ ਕੀਤੀ ਜਾ ਸਕਦੀ ਹੈ। ਅੱਜ ਆਪਾਂ ਗੱਲ ਕਰਾਂਗੇ ਕਿ ਕੀ ਪੰਜਾਬ ਵਰਗੇ ਸੂਬੇ 'ਚ ਵਾਕਈ ਵਿਧਾਨ ਪਰਿਸ਼ਦ ਦੀ ਲੋੜ ਹੈ, ਜੇ ਲੋੜ ਹੈ ਤੇ ਕਿਉਂ ਇਹਦੀ ਲੋੜ ਆ। ਮੈਂ ਜੇ ਦੱਸ ਦੇਵਾਂ ਵੀ 6 ਸੂਬਿਆਂ ਦੇ ਵਿੱਚ ਇਸ ਵੇਲੇ ਵਿਧਾਨ ਪਰਿਸ਼ਦ ਹੈ, ਔਰ ਬਹੁਤ ਲੋਕਾਂ ਦਾ ਮੰਨਣਾ ਵਾ ਕਿ ਇਹਦੇ ਨਾਲ ਜਿਹੜੇ ਵੱਖਰੇ ਵੱਖਰੇ ਖੇਤਰਾਂ ਦੇ ਮਾਹਰ ਨੇ ਉਹਨਾਂ ਨੂੰ ਉਹਦਾ ਮੈਂਬਰ ਬਣਾਇਆ ਜਾ ਸਕਦਾ ਵਾ, ਔਰ ਸਰਕਾਰ ਨੂੰ ਉਹਨਾਂ ਦੀ ਸਲਾਹ ਮਸ਼ਵਰਾ ਜਿਹੜਾ ਵਾ ਉਹ ਮਿਲ ਸਕੂਗਾ। ਲੇਕਿਨ ਦੂਜੇ ਲੋਕਾਂ ਦਾ ਵਿਚਾਰ ਆ ਕਿ ਮਾਹਰਾਂ ਦੀ ਥਾਂ ਤੇ ਸਰਕਾਰਾਂ ਆਪਣੀ ਬਹੁਮਤ ਦੇ ਨਾਲ ਆਪਣੇ ਚਹੇਤਿਆਂ ਨੂੰ ਇਹਦਾ ਮੈਂਬਰ ਬਣਾ ਦਿੰਦੀਆਂ ਵਾ, ਜਾਂ ਹਾਰੇ ਹੋਏ ਜਿਹੜੇ ਉਹਦੇ ਆਪਣੇ ਮੈਂਬਰ ਨੇ ਉਹਨਾਂ ਨੂੰ ਇਹਦਾ ਮੈਂਬਰ ਬਣਾ ਦਿੰਦੀਆਂ ਵਾ, ਔਰ ਨੋਮੀਨੇਟ ਵੀ ਆਪਣੇ ਚਹੇਤਿਆਂ ਨੂੰ ਹੀ ਕੀਤਾ ਜਾਂਦਾ ਵਾ। ਸੋ ਇੱਕ ਤਰੀਕੇ ਨਾਲ ਰਿਟਾਇਰਡ ਲੋਕਾਂ ਦੀ ਇਹ ਸੰਸਥਾ ਜਿਹੜੀ ਆ ਬਣ ਕੇ ਰਹਿ ਜਾਂਦੀ ਆ, ਔਰ ਇਹ ਪੈਸੇ ਦੀ ਬਰਬਾਦੀ ਹੈ। ਜਦੋਂ 1970 ਦੇ ਵਿੱਚ ਜਸਟਿਸ ਗੁਰਨਾਮ ਸਿੰਘ ਦੀ ਮਿਨਿਸਟਰੀ ਉਸ ਵੇਲੇ ਸੀ, ਉਸ ਤੋਂ ਬਾਅਦ ਫਿਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ, ਉਸ ਵੇਲੇ ਇਹਨੂੰ ਖਤਮ ਕੀਤਾ ਗਿਆ ਸੀ, ਔਰ ਉਦੋਂ ਇਹਨੂੰ ਕਿਹਾ ਗਿਆ ਸੀ ਕਿ ਇਹ ਚਿੱਟਾ ਹਾਥੀ ਹੈ। ਉਹਨਾਂ ਦਿਨਾਂ 'ਚ ਇਹਦਾ ਸਾਲਾਨਾ ਖਰਚ ਕਰੀਬ 8 ਲੱਖ ਦਾ ਸੀ। ਇਹਦੇ ਬਾਰੇ ਮੀਡੀਆ ਦੇ ਵਿੱਚ ਵੀ ਰਿਪੋਰਟਸ ਆਈਆਂ, ਮੈਂ ਵੇਖਿਆ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਇਹਦੇ ਬਾਰੇ ਇੱਕ ਰਿਪੋਰਟ ਛਪੀ ਹੈ। ਲੇਕਿਨ ਅੱਜ ਕੱਲ੍ਹ ਜੇ ਇਹੋ ਜਿਹੀ ਸੰਸਥਾ ਹੋਊਗੀ ਤਾਂ ਓਬਵੀਅਸਲੀ ਉਹਦੇ 'ਤੇ ਬੇਹੱਦ ਜ਼ਿਆਦਾ ਖਰਚ ਹੋਊਗਾ, ਕਿਉਂਕਿ ਉਹਦੇ ਆਲਮੋਸਟ 40 ਮੈਂਬਰ ਹੋਣਗੇ। ਜਦੋਂ ਇਹ ਖਤਮ ਕੀਤੀ ਗਈ ਸੀ ਉਦੋਂ ਇਹਦੇ ਆਲਮੋਸਟ 51 ਮੈਂਬਰ ਹੁੰਦੇ ਸੀ। ਇਹ 51 ਮੈਂਬਰ 1966 ਤੱਕ ਰਹੇ, ਫਿਰ ਪੰਜਾਬ ਦੀ ਵੰਡ ਤੋਂ ਬਾਅਦ 40 ਮੈਂਬਰ ਰਹਿ ਗਏ, ਲੇਕਿਨ 1970 ਦੇ ਵਿੱਚ ਇਹਨੂੰ ਖਤਮ ਕਰ ਦਿੱਤਾ ਗਿਆ ਸੀ। ਹੁਣ ਵੀ ਜੇ ਇਹਨੂੰ ਦੁਬਾਰਾ ਸਥਾਪਿਤ ਕੀਤਾ ਜਾਂਦਾ ਵਾ ਤਾਂ ਇਹਦੇ ਕਰੀਬ 40 ਮੈਂਬਰ ਹੋਣਗੇ। 117 ਮੈਂਬਰ ਵਿਧਾਨ ਸਭਾ ਦੇ, ਔਰ ਉਹਦਾ ਜਦੋਂ ਇਹ ਵਿਧਾਨ ਪਰਿਸ਼ਦ ਹੁੰਦੀ ਸੀ ਪੰਜਾਬ ਦੇ ਵਿੱਚ, ਉਦੋਂ ਬਹੁਤ ਮੰਨੇ ਪ੍ਰਮੰਨੇ ਜਿਹੜੇ ਸ਼ਖਸੀਅਤਾਂ ਸਨ ਉਹਦੇ ਮੈਂਬਰ ਸਨ। ਭਾਈ ਵੀਰ ਸਿੰਘ, ਭਾਈ ਜੋਧ ਸਿੰਘ, ਤੇਜਾ ਸਿੰਘ ਸੁਤੰਤਰ, ਪ੍ਰਿੰਸੀਪਲ ਸੂਰਜਪਾਨ, ਸਰਦਾਰ ਉਜਲ ਸਿੰਘ ਵਰਗੇ ਇਹਦੇ ਮੈਂਬਰ ਰਹੇ ਨੇ। 2 ਵਾਰੀ ਇਸ ਤੋਂ ਪਹਿਲਾਂ ਹੁਣ ਭਗਵੰਤ ਮਾਨ ਸਰਕਾਰ ਫਿਰ ਵਿਧਾਨ ਪਰਿਸ਼ਦ ਸਥਾਪਿਤ ਕਰਨ ਦੀ ਕੋਸ਼ਿਸ਼ ਸੁਣਿਆ ਮੈਂ ਕਰ ਰਹੀ ਹੈ, ਲੇਕਿਨ 2 ਵਾਰੀ ਇਸ ਤੋਂ ਪਹਿਲਾਂ ਕਾਂਗਰਸ ਸਰਕਾਰਾਂ ਵੇਲੇ ਕੋਸ਼ਿਸ਼ ਹੋਈ। 1976 ਵੇਲੇ ਜਦੋਂ ਯਾਨੀ ਰੈਲ ਸਿੰਘ ਦੀ ਸਰਕਾਰ ਸੀ, ਔਰ 1993 ਦੇ ਵਿੱਚ ਬੇਅੰਤ ਸਿੰਘ ਸਰਕਾਰ ਵੇਲੇ, ਲੇਕਿਨ ਸੰਸਦ ਤੋਂ ਇਹਦੀ ਅਪਰੂਵਲ ਨਹੀਂ ਮਿਲੀ। ਇਸ ਵੇਲੇ ਵਿਧਾਨ ਪਰਿਸ਼ਦ ਯੂਪੀ, ਆਂਧਰਾ ਪ੍ਰਦੇਸ਼, ਕਰਨਾਟਕਾ, ਤੇਲੰਗਾਨਾ, ਬਿਹਾਰ ਤੇ ਮਹਾਰਾਸ਼ਟਰ ਦੇ ਵਿੱਚ ਇਸ ਵੇਲੇ ਸਥਾਪਿਤ ਹੈ। ਬਹੁਤ ਲੋਕਾਂ ਦਾ ਮੰਨਣਾ ਵਾ ਕਿ ਆਮ ਆਦਮੀ ਪਾਰਟੀ ਇਹਨੂੰ ਇਸ ਕਰਕੇ ਸਥਾਪਿਤ ਕਰਨਾ ਚਾਹੁੰਦੀ ਆ ਕਿਉਂਕਿ ਉਹਦੇ ਕੋਲ ਮੈਜੋਰਿਟੀ ਹੈ, 92 ਮੈਂਬਰ ਨੇ, ਔਰ ਜੇ ਇੱਕ ਵਾਰੀ ਉਹਦੇ ਸਾਰੇ ਕਰੀਬ ਮੈਂਬਰ ਜਿਹੜੇ ਨੇ ਉਹ ਇਸ ਸਰਕਾਰ ਦੇ ਮੈਂਬਰ ਇਸ ਸਰਕਾਰ ਦੀ ਇਸੇ ਪਾਰਟੀ ਦੇ ਮੈਂਬਰ ਹੋਣਗੇ, ਇਹਨਾਂ ਦੇ ਆਪਣੇ ਚੁਣੇ ਹੋਏ ਨੁਮਾਇੰਦੇ ਹੋਣਗੇ, ਔਰ ਇਹਨਾਂ ਦੀ ਕਿਉਂਕਿ ਮਿਆਦ 6 ਸਾਲ ਹੁੰਦੀ ਆ, ਸੋ ਜੋ 2027 ਦੇ ਵਿੱਚ ਚੋਣਾਂ ਹੋ ਜਾਣਗੀਆਂ ਉਸ ਤੋਂ ਬਾਅਦ ਵੀ ਇਹਨਾਂ ਦੇ ਬਹੁਤ ਸਾਰੇ ਮੈਂਬਰ ਉਹੀ ਕੰਟੀਨਿਊ ਕਰ ਸਕਣਗੇ। ਔਰ ਉੱਥੇ ਜੇ ਦੂਜੀ ਕਿਸੇ ਪਾਰਟੀ ਦੀ ਸਰਕਾਰ ਬਣ ਜਾਂਦੀ ਆ ਤੇ ਉਹਨਾਂ ਦੇ ਬਿਲਸ ਜਿਹੜੇ ਨੇ ਉਹ ਉੱਥੇ ਰੋਕੇ ਜਾ ਸਕਦੇ ਨੇ, ਕਿਉਂਕਿ ਵਿਧਾਨ ਪਰਿਸ਼ਦ ਜੋ ਹੋਵੇ ਤੇ ਵਿਧਾਨ ਸਭਾ ਦੇ ਜਿਹੜੇ ਬਿਲਸ ਪਾਸ ਹੁੰਦੇ ਨੇ ਵਿਧਾਨ ਪਰਿਸ਼ਦ ਵੱਲੋਂ ਉਹਦੀ ਮਾਨਤਾ ਮਿਲਣੀ ਜ਼ਰੂਰੀ ਹੈ। ਸੋ ਇਹ ਇੱਕ ਸਿਆਸੀ ਪੈਂਤਰਾ ਭਗਵੰਤ ਮਾਨ ਸਰਕਾਰ ਖੇਡ ਰਹੀ ਹੈ। ਬਲ ਦੇਖਦੇ ਹਾਂ ਪਹਿਲੇ ਸਾਡੇ ਕਾਲਰ ਕੀ ਕਹਿਣਾ ਚਾਹੁੰਦੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਲਹੋਤਰਾ ਜੀ। ਅਰਜ਼ਾ ਜੀ ਵਿਧਾਨ ਸਭਾ ਦੇ ਮੈਂਬਰ ਬਣਨੇ ਬਹੁਤ ਜ਼ਰੂਰੀ ਨੇ। ਵਿਧਾਨ ਪਰਿਸ਼ਦ, ਮੈਂ ਦੱਸਾਂਗਾ ਕਿ ਵਿਧਾਨ ਪਰਿਸ਼ਦ ਹਾਂਜੀ ਬਹੁਤ ਜ਼ਰੂਰੀ ਨੇ। ਹਾਂ, ਉਹਦਾ ਕਾਰਨ ਇਹ ਹੈ ਜੀ ਕਿ ਕਈ ਸਾਡੇ ਲੈਕ ਬੜੇ ਲੈਕ ਜਿੱਦਾਂ ਸੰਤ ਲੁਧਿਆਣੇ ਵਾਲੇ ਸੰਤ ਹੈਗੇ ਆਪਣੇ, ਅਗਰ ਇਹੋ ਜਿਹੇ ਬੰਦੇ ਇਲੈਕਸ਼ਨ ਨਹੀਂ ਲੜਦੇ ਇਹਨਾਂ ਨੂੰ ਸੈਂਟਰ 'ਚ ਲਿਜਾਣਾ ਬਹੁਤ ਜ਼ਰੂਰੀ ਹੈ, ਜਿਹੜੇ ਉੱਥੇ ਜਾ ਕੇ ਆਪਣੀ ਗੱਲ ਕਰਨ। ਓਕੇ। ਔਰ ਬੜੇ ਬੜੇ ਸਿਆਣੇ ਬੰਦੇ ਬੈਠੇ ਹੋਣ। ਕਈ ਵਾਰੀ ਮਨਮੋਹਨ ਸਿੰਘ ਹੋਰੀ ਕਿਤੇ ਜਿੱਤੇ ਨਹੀਂ ਸਨ ਤੇ ਉਹਨਾਂ ਨੂੰ ਫਿਰ ਇਹ ਵਿਧਾਨ ਸਭਾ ਦਾ ਬਣਾ ਕੇ ਉਹਨਾਂ ਨੂੰ ਇੱਧਰ ਲਿਆਂਦਾ ਸੀ, ਉਹਨਾਂ ਨੇ ਰਾਜ ਸਭਾ ਦਾ ਮੈਂਬਰ ਉਹਨਾਂ ਨੂੰ ਬਣਾਇਆ ਸੀ ਜੀ, ਬਣਾ ਕੇ ਲਿਆਂਦਾ ਸੀਗਾ। ਅੱਛਾ, ਹੁਣ ਉਹ ਇੰਨੇ ਲਾਇਕ ਬੰਦੇ ਨੇ ਕਿ ਜਿਹੜੇ ਕਿ ਅਦਰਵਾਈਜ਼ ਬਾਹਰ ਰਹਿ ਜਾਣਗੇ। ਹੁਣ ਜਿਹੜੀ ਗੱਲ ਆਈ ਮੇਨ ਕਿ ਸਟੇਟਾਂ 'ਚ ਕਈ ਵਾਰੀ ਹੁੰਦਾ ਕੀ ਹੈ ਜੀ ਕਿ ਜਿੱਦਾਂ ਹੁਣ ਪੰਜਾਬ 'ਚ ਆਮ ਪਾਰਟੀ ਦੀ ਸਟੇਟ ਹੈਗੀ ਆ ਤੇ ਆਪਣਾ ਜਿਹੜਾ ਥੋੜਾ ਬਹੁਤਾ ਜ਼ੋਰ ਦਿਖਾਣਾ ਹਰ ਇੱਕ ਸਟੇਟ ਨੇ ਉੱਥੇ ਸੈਂਟਰ 'ਚ ਦਿਖਾਣਾ, ਉਹਦੇ ਨਾਲ ਬਿੱਲ ਜਿਹੜਾ ਉੱਤੋਂ ਪਾਸ ਹੋ ਕੇ ਥੱਲੇ ਪਾਸ ਹੋਣਾ ਬਹੁਤ ਜ਼ਰੂਰੀ ਹੈ। ਅਗਰ ਥੱਲੇ ਪਾਸ ਦੂਜੇ ਬੰਨੇ ਬਹੁ ਮਾਤਾ ਤੇ ਆਪਣੀ ਸੈਂਟਰ ਆਪਣੀ ਜਿਹੜੀ ਵਜ਼ਾਰਤ ਚੱਲਦੀ ਹੋਏਗੀ ਉਹ ਆਪਣੀ ਮਨਮਰਜ਼ੀ ਕਰੇਗੀ। ਉਹਦੇ ਨਾਲ ਦੇਸ਼ ਨੂੰ ਬਹੁਤ ਧੱਕਾ ਜਿਹੜਾ ਕਿ ਹੁਣ ਤੁਸੀਂ ਨਜ਼ਰ ਵੀ ਆਉਂਦਾ ਪਿਆ ਤੁਹਾਨੂੰ ਕਿ ਸੁਪਰੀਮ ਕੋਰਟ ਦੇ ਆਰਡਰ ਦੇ ਬਾਵਜੂਦ ਆਪਣਾ ਬਿੱਲ ਕਰ ਗਏ ਪਾਸ।
ਭਾਵੇਂ ਹੁਕਰ ਕਰੋ ਕਰ ਗਏ। ਇਸ ਕਰਕੇ ਹੋਣੀ ਬਹੁਤ ਜ਼ਰੂਰੀ ਹੈ। ਇਹਨੂੰ ਹੋਰ ਉਲਟਾ ਪਰ ਉਹ ਤੇ ਆਲਰੇਡੀ ਵਿਧਾਨ ਸਭਾ ਹੈ, ਵਿਧਾਨ ਪ੍ਰੀਸ਼ਦ ਦੇ ਨਾਲ ਕੀ ਫਰਕ ਪਊਗਾ? ਮਤਲਬ ਦੋ ਹਾਊਸ ਮਤਾ ਪਾਸ ਕਰ ਦੇਣਗੇ, ਇਹੋ ਹੀ ਹੋਊ ਨਾ। ਮਿਹਰਬਾਨੀ, ਥੈਂਕ ਯੂ ਮਲਹੋਤਰਾ ਜੀ, ਥੈਂਕ ਯੂ। ਮੀਨਵਾਈਲ ਜਸਵਿੰਦਰ ਸਿੰਘ, ਇਕਬਾਲ ਸੋਹਲ, ਬਾਬਾ ਜ਼ੀਰਾ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਪਿਆਰਾ ਸਿੰਘ। ਹਾਂਜੀ ਪਿਆਰਾ ਸਿੰਘ ਜੀ। ਹਿੰਦੂ ਸਾਹਿਬ ਮੁੱਕਦੀ ਤਾਂ ਕਰੇ ਕੋਈ ਲੋੜ ਨਹੀਂ ਹੈਗੀ ਸਰਕਾਰ ਚਲਾਉਣ ਦੀ, ਖਤਰ ਕੀਤੀ ਇਕੱਲਿਆ ਸਰਕਾਰ ਚਲਾਈ ਗਿਆ। ਇਹਨੇ ਹੁਣ ਤਾਂ ਬਹੁਤ ਵੱਡੀ ਟੀਮ ਹੈ, ਕੋਈ ਲੋੜ ਨਹੀਂ ਵਾਧੂ ਪੰਜਾਬ ਤੇ ਭਾਰੀ ਪੈਣਾ। ਧੰਨਵਾਦ। ਮਿਹਰਬਾਨੀ। ਪਿਆਰਾ ਸਿੰਘ ਨੇ ਬਿਲਕੁਲ ਸਪਸ਼ਟ ਗੱਲ ਕੀਤੀ ਆ, ਮਲਹੋਤਰਾ ਜੀ ਨਾਲ ਸਹਿਮਤ ਨਹੀਂ। ਉਹ ਕਹਿੰਦੇ ਨੇ ਵਿਧਾਨ ਪ੍ਰੀਸ਼ਦ ਦੀ ਲੋੜ ਨਹੀਂ, ਸਟੇਟ ਦੇ ਉੱਤੇ ਵਾਧੂ ਬੋਝ ਪਵੇਗਾ, ਇਹ ਉਹਨਾਂ ਦਾ ਵਿਚਾਰ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਭਾਈ ਸਾਹਿਬ ਔਨ 에ਅਰ ਜੇ ਤੁਸੀਂ, ਭਾਈ ਸਾਹਿਬ ਔਨ 에ਅਰ ਜੇ, ਆਪਣੀ ਗੱਲ ਪੂਰੀ ਕਰੋ। ਹੈਲੋ ਸਾਡੇ ਨਾਲ ਸੋਹਲ ਸਾਹਿਬ ਸ਼ਾਇਦ ਜੁੜ ਗਏ ਨੇ। ਸੋਹਲ ਸਾਹਿਬ ਤੁਸੀਂ ਔਨ 에ਅਰ ਜੇ। ਹੈਲੋ ਹਾਂਜੀ ਹਾਂਜੀ ਤੁਸੀਂ ਔਨ 에ਅਰ ਜੇ ਭਾਈ ਸਾਹਿਬ। ਹਾਂ ਸੰਤ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਡਾਕਟਰ ਸੋਹਲ ਬੋਲਦਾ। ਹਾਂਜੀ ਡਾਕਟਰ ਸਾਹਿਬ ਜੀ ਜੀ। ਹਾਂਜੀ ਸੰਤ ਸਾਹਿਬ, ਗੱਲ ਇਹ ਆ ਵੀ ਇਹ ਜਿਹੜੀ ਜੋ ਵੀ ਇਹ ਗੱਲਬਾਤ ਚੱਲ ਰਹੀ ਹੈ ਨਾ, ਇਹਨਾਂ ਦਾ ਸਿਰਫ ਇੱਕ ਹੀ ਮਕਸਦ ਆ ਵੀ ਇਹਨਾਂ ਨੇ ਜਿਹੜੇ ਬੰਦੇ ਇਹ ਕਿਸੇ ਪਾਸੇ ਵੀ ਐਡਜਸਟ ਨਹੀਂ ਕਰ ਸਕੇ, ਉਹਨਾਂ ਬੰਦਿਆਂ ਨੂੰ ਇਹਨਾਂ ਨੇ ਅੱਗੇ ਲਿਆ ਕੇ ਇਹਦੇ ਵਿੱਚ ਐਡ ਕਰਾਉਣਾ ਹੈ। ਪਰ ਬਹੁਤੇ ਬੰਦੇ ਤੇ ਸੋਲ ਸਾਹਿਬ ਐਡਜਸਟ ਹੋ ਗਏ, 92 ਤੇ ਐਮਐਲਏ ਹੀ ਬਣ ਗਏ, ਬਾਕੀ ਚੇਅਰਮੈਨ ਵਗੈਰਾ ਤੁਸੀਂ ਵੇਖਿਆ ਜਾਂ 30-40 ਬੰਦੇ ਉੱਥੇ ਐਡਜਸਟ ਹੋ ਗਏ ਆ। ਨਹੀਂ ਉਹ ਹਾਲੀ ਦਿੱਲੀੋਂ ਬਹੁਤ ਆਉਣੇ ਨੇ ਜੀ। ਓਕੇ ਦਿੱਲੀੋਂ ਬਹੁਤ ਆਉਣਗੇ। ਸੰਤ ਸਾਹਿਬ ਦਿੱਲੀੋਂ ਇੰਨੇ ਆਉਣੇ ਆ ਨਾ ਵੀ ਇਹਨਾਂ ਕੋਲ ਸਾਂਭੇ ਨਹੀਂ ਜਾਣੇ। ਪਰ ਇਹਦੇ ਚ ਇੱਕ ਜਿਹੜੀ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਗਾ, ਇਹਦੀ ਟੈਨਿਓਰ ਹੁੰਦੀ 6 ਸਾਲ ਦੀ। ਸੋ ਜੇ ਕੋਈ 2024 ਦੇ ਵਿੱਚ, ਹੁਣ ਤੇ 23 ਤੇ ਲੰਘ ਹੀ ਚੱਲਿਆ ਵਾ, ਹੋਰ 2 ਮਹੀਨੇ ਰਹਿ ਗਏ ਆ, 3 ਮਹੀਨੇ, 24 ਦੇ ਵਿੱਚ ਜਿਹੜੇ ਕੋਈ ਮੈਂਬਰ ਬਣਦਾ ਵਾ ਤੇ ਉਹਦੀ ਫਿਰ ਟੈਨਿਓਰ ਜਿਹੜੀ ਆ ਉਹ ਆਲਮੋਸਟ 2030 ਤੱਕ ਜਾਊਗੀ। ਤੇ ਜੇ 2027 ਚ ਕਿਸੇ ਹੋਰ ਪਾਰਟੀ ਦੀ ਸਰਕਾਰ ਵੀ ਬਣ ਜਾਂਦੀ ਆ ਤੇ ਮੈਂਬਰ ਰਾਜ ਸਭਾ ਵਿਧਾਨ ਪ੍ਰੀਸ਼ਦ ਦੇ ਮੈਂਬਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਹੀ ਰਹਿਣਗੇ। ਬਿਲਕੁਲ ਰਹਿਣਗੇ। ਔਰ ਇਹਨਾਂ ਇਹ ਕਬਜ਼ਾ ਜਿਹੜਾ ਹੈ ਉਹ ਕਰਨਾ ਚਾਹੁੰਦੇ ਆ ਹੌਲੀ ਹੌਲੀ। ਹਾਂਜੀ, ਬਾਈ ਦਿਸ ਵੇ ਔਰ ਦੈਟ ਵੇ। ਸ਼ੋਰ। ਸੋ ਇਹ ਨਹੀਂ ਬਣਨੀ ਚਾਹੀਦੀ। ਮਿਹਰਬਾਨੀ, ਥੈਂਕ ਯੂ। ਮੀਨਵਾਈਲ ਪ੍ਰਗਟ ਸਿੰਘ ਬਲ, ਜਸਵਿੰਦਰ ਸਿੰਘ, ਮਿਸਕੀ ਗੁਪਤਾ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਸਵਾਗਤ ਹੈ। ਮਿਸਕੀ ਗੁਪਤਾ ਕਹਿ ਰਹੇ ਨੇ ਜੇਕਰ ਰਾਜਪਾਲ ਚਿੱਟਾ ਹਾਥੀ ਹੈ ਤਾਂ ਉਹ ਵੀ ਚਿੱਟਾ ਹਾਥੀ ਹੀ ਹੋਵੇਗਾ, ਵਿਧਾਨ ਪ੍ਰੀਸ਼ਦ ਵੀ ਚਿੱਟਾ ਹਾਥੀ ਹੋਵੇਗੀ। ਅਪਰ ਹਾਊਸ ਜਿਹੜਾ ਜਿਹਦੀ ਸਿਫਾਰਿਸ਼ ਕਰਨ ਜਾ ਰਹੀ ਹੈ ਪੰਜਾਬ ਸਰਕਾਰ, ਜੋ ਮੀਡੀਆ ਰਿਪੋਰਟਸ ਮੁਤਾਬਕ, ਉਹ ਵੀ ਚਿੱਟਾ ਹਾਥੀ ਹੀ ਹੋਵੇਗਾ। ਮਿਸਕੀ ਗੁਪਤਾ ਦਾ ਵਿਚਾਰ ਹੈ। ਰਵੀ ਗਰੇਵਾਲ ਦਾ ਵਿਚਾਰ ਆ ਫੇਸਬੁੱਕ ਦੇ ਉੱਪਰ। ਉਹ ਕਹਿ ਰਹੇ ਨੇ ਪੰਜਾਬੀਆਂ ਨੇ ਮਸਾਂ ਵਿਧਾਨ ਪ੍ਰੀਸ਼ਦ ਦਾ ਫਾਹ ਵੱਢਿਆ ਸੀ, ਜੇਕਰ ਵਿਧਾਨ ਪ੍ਰੀਸ਼ਦ ਬਣਦੀ ਹੈ ਤਾਂ ਇਹ ਸਿਰਫ ਤੇ ਸਿਰਫ ਚਾਪਲੂਸਾਂ ਦਾ ਅੱਡਾ ਬਣ ਕੇ ਰਹਿ ਜਾਏਗੀ। ਇਹ ਆਮ ਆਦਮੀ ਪਾਰਟੀ ਦੀ ਇੱਕ ਹੋਰ ਚਿੱਟਾ ਹਾਥੀ ਪੰਜਾਬ ਸਿਰ ਬਣਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਰਵੀ ਗਰੇਵਾਲ ਦਾ ਵਿਚਾਰ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਵੀ ਸਾਡੇ ਦੇਸ਼ 'ਚ ਪਹਿਲਾਂ ਹੀ VIP ਲੋਕ ਬਹੁਤ ਬੈਠੇ ਆ, ਜਿਹੜੇ ਕਿ ਵਾਧੂ ਦਾ ਖਰਚੇ ਹੀ ਆ। ਦੂਜੀ ਗੱਲ ਰਹੀ, ਆਪਾਂ ਜੇ ਵਿਧਾਨ ਪ੍ਰੀਸ਼ਦ ਦੀ ਗੱਲ ਕਰਦੇ, ਰਾਜ ਸਭਾ 'ਚ ਦੇਖੋ ਸੰਧੂ ਸਾਹਿਬ, ਇਹ ਤਾਂ ਚੰਗੇ ਬੰਦੇ ਜਾਣ, ਕੀ ਵਾਕਿਆ ਹੀ ਉੱਥੇ ਯੋਗ ਬੰਦੇ ਜਾਂਦੇ ਆ ਜਿਨ੍ਹਾਂ ਨੇ ਦੇਸ਼ ਦੇ ਜਾਂ ਸਮਾਜ ਦੇ ਵਿੱਚ ਵਾਕਿਆ ਹੀ ਹਿੱਸਾ ਪਾਇਆ, ਉਹੀ ਬੰਦੇ ਜਾਂਦੇ ਆ। ਬਹੁਤ ਸਾਰੇ ਚੰਗੇ ਵੀ ਜਾਂਦੇ ਆ ਜੀ। ਡਾਕਟਰ ਮਨਮੋਹਨ ਸਿੰਘ ਦੀ ਹੁਣੇ ਕੋਈ ਜ਼ਿਕਰ ਕਰਕੇ ਗਏ ਸੀ, ਉਹ ਵੀ ਤੇ ਰਾਜ ਸਭਾ ਦੇ ਮੈਂਬਰ ਬਣ ਕੇ ਗਏ ਸੀ ਔਰ ਪ੍ਰਾਈਮ ਮਿਨਿਸਟਰ ਬਣ ਗਏ ਫਿਰ। ਹਾਂਜੀ, ਨਹੀਂ ਹੈਗੇ ਆ। ਮੈਂ ਇੱਕ ਅੱਧੇ ਦੀ ਗਿਣਤੀ ਦੀ ਗੱਲ ਨਹੀਂ ਕਰਦਾ, ਬਹੁਤੇ ਤੌਰ ਤੇ ਕਿੰਨੇ ਜਿਹੜੇ ਆ ਵੀ ਆਪਣੇ ਜਿਹੜੇ ਸੈਲੇਬ੍ਰਿਟੀ ਲੱਗੇ ਨੇ, ਕਿੰਨੇ ਜਿੰਨੀਆਂ ਮਤਲਬ ਪੈਸੇ ਲੈ ਕੇ, ਹੁਣੇ ਜਿਹੀ ਉਦਾਹਰਨਾਂ ਗਈਆਂ, ਕਿੰਨੇ ਪੈਸੇ ਲੈ ਕੇ ਜਾਂਦੇ ਆ ਉੱਥੇ, ਫਿਰ ਉਹਨਾਂ ਤੇ ਕੀ ਮੇਰਾ ਖਿਆਲ ਕਾਰਗੁਜ਼ਾਰੀ ਹੋਊਗੀ। ਮੈਂ ਇੱਕ ਅੱਧੇ ਦੀ ਗੱਲ ਨਹੀਂ ਕਰਦਾ, ਬਹੁਤਿਆਂ ਦੀ ਗੱਲ ਕਰਦਾ ਜਿਹੜੇ ਸਿਰਫ ਜਾਂ ਤਾਂ ਫਿਰ ਜਿਵੇਂ ਤੁਸੀਂ ਜ਼ਿਕਰ ਕੀਤਾ ਹਾਰੇ ਹੁੰਦੇ ਆ, ਜਾਂ ਜਿਨ੍ਹਾਂ ਦਾ ਪਾਰਟੀਆਂ ਤੋਂ ਥੋੜੇ ਜਿਹੇ ਤੇਵਰ ਦਿਖਾਉਂਦੇ ਆ, ਇੱਕ ਦੂਜੇ ਦੇ ਉੱਤੋਂ ਦੀ ਲੈ ਕੇ ਲੀਡਰੀਆਂ ਲੈਣ, ਉਹਨਾਂ ਨੂੰ ਉਧਰ ਧੱਕ ਦਿੰਦੇ ਖਹਿੜਾ ਛਡਾਉਣ ਦੇ ਮਾਰੇ। ਇਹੀ ਚੱਲਦਾ ਰਿਹਾ। ਤੇ ਮੈਂ ਤਾਂ ਕਹੂੰਗਾ ਇਹ ਕਿਉਂ ਨਹੀਂ, ਜੇ ਇੱਕ ਵਿਰੋਧੀ ਧਿਰ ਚੰਗੀ ਚੁਣ ਲਈ ਆਪਣੇ ਦੇਸ਼ 'ਚ, ਜਿਹੜੇ ਆਪਣੇ ਦੇਸ਼ ਦੇ ਹਾਲਤ ਹੈ, ਵਿਰੋਧੀ ਧਿਰ ਚੰਗੀ ਚੁਣੀ ਜਾਵੇ ਤੇ ਨੁਮਾਇੰਦੇ ਚੰਗੇ ਚੁਣੇ ਜਾਣ। ਪੰਜਾਬ ਦੀ ਗੱਲ ਲੈ ਲਓ, ਜੇ ਵਿਰੋਧੀ ਆਪਦਾ ਹੀ ਪੂਰਾ ਮਤਲਬ ਵੀ ਪੂਰਾ ਰੋਲ ਵਧੀਆ ਨਿਭਾ ਦੇਣ, ਝੱਗੋ ਝੱਗੀ ਉੱਥੇ
ਗਾਲਾਂ ਕੱਢ ਕੇ ਬਾਹਰ ਆ ਜਾਂਦੇ ਆ ਸੰਧੂ ਸੋ ਸਾਹਿਬ। ਵਿਰੋਧੀ ਧਿਰ ਜੇ ਬੈਟਰ ਰੋਲ ਨਿਭਾਉਣ ਤੇ ਇਹਦੀ ਲੋੜ ਨਹੀਂ। ਇੱਕ ਮਿੰਟ ਸ਼ੇਰ ਸਿੰਘ ਜੀ, ਹਰਜਿੰਦਰਪਾਲ ਦਾ ਕਮੈਂਟ ਆਇਆ ਕਿ ਵਿਧਾਨ ਪ੍ਰੀਸ਼ਦ ਬੇਸ਼ੱਕ ਲਾਹੇਵੰਦ ਹੋ ਸਕਦੀ ਹੈ, ਪਰ ਜਿਸ ਤਰ੍ਹਾਂ ਦੀ ਪੋਲੀਟੀਕਲ ਸਿਸਟਮ ਹੈ ਉਹਦੇ 'ਚ ਇਹਦੀ ਲੋੜ ਨਹੀਂ। ਇਹ ਉਹਨਾਂ ਦਾ ਵਿਚਾਰ ਹੈ। ਮੀਨਵੈਲ ਦਲਵੀਰ ਸਿੰਘ ਕਹਿ ਰਹੇ ਨੇ ਜੇ ਦੇਸ਼ ਤੇ ਕਬਜ਼ਾ ਚੱਲ ਰਿਹਾ ਹੈ ਉਸ ਦੇ ਬਾਰੇ ਗੱਲ ਕਰੋਗੇ। ਇਹ ਦਲਵੀਰ ਸਿੰਘ ਦਾ ਵਿਚਾਰ ਹੈ। ਖੈਰ ਉਹ ਹੋਰ ਪ੍ਰੋਗਰਾਮ ਦੀ ਹੋਰ ਕਿਸੇ ਵਿਸ਼ਾ ਦੀ ਗੱਲ ਕਰ ਰਹੇ ਆ। ਸਿੰਘ ਸਰਾਂ, ਗੁਰਪ੍ਰੀਤ ਸੇਖੋ, ਬੰਟੂ ਤੇ ਮਨਜੀਤ ਸੁਰਖਾ ਵੀ ਸਾਡੇ ਨਾਲ ਜੁੜੇ ਨੇ। ਹਾਂਜੀ ਸ਼ੇਰ ਸਿੰਘ ਜੀ, ਆਪਣੀ ਗੱਲ ਪੂਰੀ ਕਰ ਲਓ। ਹਾਂਜੀ ਬਸ ਉਹੀ ਆ ਸੰਧੂ ਸਾਹਿਬ, ਜੇ ਮੈਂ ਕਹਿੰਦਾ ਫਾਇਦਾ ਤਾਂ ਹੀ ਹੋਵੇ ਨਾ ਜੇ ਇੱਥੇ ਬੰਦੇ ਸਹੀ ਤੇ ਯੋਗ ਭੇਜੇ ਜਾਣ ਵਾਕਿਆ ਸਮਾਜ 'ਚ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਹੈ। ਜਿਵੇਂ ਤੁਸੀਂ ਮਨਮੋਹਨ ਸਿੰਘ ਦਾ ਕਿਹਾ, ਵਾਕਿਆ ਉਹਨਾਂ ਨੇ ਕੰਮ ਯੋਗ ਸੀਗੇ। ਮੈਂ ਤਾਂ ਇਹ ਕਹੂੰਗਾ ਕਿਉਂ ਨਹੀਂ ਸਾਰਾ ਹੀ ਤਾਣਾ ਬਾਣਾ ਚੰਗਾ ਹੋ ਜੇ। ਤੇ ਜੇ ਇਹਨਾਂ ਨੇ ਤੇ ਚਿਹਤੇ ਹੀ ਭੇਜਣੇ ਆ, ਜੇ ਸੈਲੀਬ੍ਰਿਟੀ ਭੇਜਣੇ, ਪੈਸੇ ਲੈ ਕੇ ਭੇਜਣੇ, ਫਿਰ ਮੇਰਾ ਖਿਆਲ ਨਹੀਂ ਉਹਦਾ ਕੋਈ ਫਾਇਦਾ। ਵਾਧੂ ਭਾਰ ਹੈ ਜੀ ਉਹ। ਮਿਹਰਬਾਨੀ, ਥੈਂਕ ਯੂ। ਵਾਧੂ ਭਾਰ ਹੋ ਗਿਆ ਜਿਸ ਤਰ੍ਹਾਂ ਇਹ ਸਿਸਟਮ ਚੱਲ ਰਿਹਾ ਵਾ। ਇਹ ਸ਼ੇਰ ਸਿੰਘ ਦਾ ਵਿਚਾਰ ਆ। ਮਿਸਕੀ ਗੁਪਤਾ ਪੁੱਛ ਰਹੇ ਨੇ ਕਿ ਕੀ ਵਿਧਾਨ ਪ੍ਰੀਸ਼ਦ ਵਿੱਚੋਂ ਮੰਤਰੀ ਬਣਾਇਆ ਜਾ ਸਕਦਾ? ਜੋ ਮੌਜੂਦਾ ਸਿਸਟਮ ਹੈ ਜੀ ਉਹਦੇ 'ਚੋਂ ਮੰਤਰੀ ਬਣਾਇਆ ਜਾ ਸਕਦਾ ਵਾ। ਰਾਜ ਸਭਾ ਦੇ ਵਿੱਚੋਂ ਵੀ ਮੰਤਰੀ ਬਣਦੇ ਨੇ। ਮੰਤਰੀ ਦੇ ਕੀ, ਪ੍ਰਧਾਨ ਮੰਤਰੀ ਵੀ ਬਣ ਜਾਂਦੇ ਆ। ਪਰ ਜੇ ਇਹਦੇ 'ਚ ਵੀ ਕੁਝ ਲੋਕਾਂ ਦਾ ਖਿਆਲ ਹੈ ਕਿ ਇੱਕ ਤਬਦੀਲੀ ਹੋਣੀ ਚਾਹੀਦੀ ਹੈ ਕਿ ਵਿਧਾਨ ਪ੍ਰੀਸ਼ਦ ਜਾਂ ਰਾਜ ਸਭਾ 'ਚੋਂ ਮੰਤਰੀ ਨਹੀਂ ਬਣ ਸਕਦਾ। ਠੀਕ ਹੈ, ਤੁਸੀਂ ਮੈਂਬਰ ਰਹੋ, ਆਪਣਾ ਸਲਾਹ ਮਸ਼ਵਰਾ ਉੱਥੇ ਜ਼ਰੂਰ ਦਿਓ। ਮੀਨਵੈਲ ਰਜਿੰਦਰਜੀਤ ਸਿੰਘ ਸੇਰਾ ਵੀ ਸਾਡੇ ਨਾਲ ਜੁੜ ਗਏ ਨੇ, ਸਵਾਗਤ ਉਹਨਾਂ ਦਾ। ਜਸਵਿੰਦਰ ਸਿੰਘ ਦਾ ਵਿਚਾਰ ਆ ਜੇ ਰਾਜਪਾਲ ਦੀ ਮਰਜ਼ੀ ਨਾਲ ਹੀ ਬਿੱਲ ਪਾਸ ਹੋਣੇ ਨੇ ਤਾਂ ਫਿਰ ਵਿਧਾਨ ਪ੍ਰੀਸ਼ਦ ਦੀ ਕੋਈ ਲੋੜ ਨਹੀਂ ਹੈ। ਜੇ ਰਾਜ ਸਭਾ ਦੀ ਤਰਜ਼ ਤੇ ਪਾਸ ਕੀਤੇ ਬਿੱਲ ਨੂੰ ਰਾਸ਼ਟਰਪਤੀ ਪਾਸ ਕਰ ਦਿੰਦੇ ਆ ਤਾਂ ਵਿਧਾਨ ਸਭਾ ਠੀਕ ਰਹੇਗੀ। ਜਸਵਿੰਦਰ ਸਿੰਘ ਦਾ ਕਮੈਂਟ ਹੈ। ਦਲਵੀਰ ਸਿੰਘ ਕਹਿ ਰਹੇ ਨੇ ਹਰ ਰੋਜ਼ ਸਟੇਟ ਦੀ ਅੱਗ ਵਿੱਚ ਮੱਚ ਰਹੇ ਹੋ। ਗੱਲ MP ਤੋਂ ਆਉਂਦੇ ਪਿਸਟਲ ਦੀ ਵੀ ਕਰੋ। ਮੱਧ ਪ੍ਰਦੇਸ਼ ਤੋਂ ਜਿਹੜੇ ਪਿਸਟਲ ਆ ਰਹੇ ਪੰਜਾਬ ਦੇ ਵਿੱਚ ਉਹਦੀ ਗੱਲ ਕਰੋ। ਕੋਈ ਨਹੀਂ, ਉਹ ਮਸਲਾ ਲੈ ਕੇ ਆਵਾਂਗੇ ਜੀ ਅਮਨ ਕਾਨੂੰਨ ਦੀ ਵਿਵਸਥਾ ਬਾਰੇ। ਦਲਵੀਰ ਸਿੰਘ ਜੀ, ਮੇਰੀ ਗੁਜ਼ਾਰਿਸ਼ ਹੈ ਕਿ ਅੱਜ ਵਾਲੇ ਮਸਲੇ ਤੇ ਟਿੱਪਣੀ ਕਰੋ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਮੈਂ ਅਮਰੀਕ ਸਿੰਘ ਬੋਲ ਰਿਹਾ ਮਿਸ਼ੀਗਨ ਤੋਂ ਜੀ। ਅਮਰੀਕ ਸਿੰਘ ਜੀ, ਕੀ ਤੁਹਾਡਾ ਵਿਚਾਰ ਹੈ ਕਿ ਕੀ ਅਪਰ ਹਾਊਸ ਵਿਧਾਨ ਪ੍ਰੀਸ਼ਦ ਪੰਜਾਬ 'ਚ ਹੋਣਾ ਚਾਹੀਦਾ? ਦੇਖੋ ਵੀਰ ਜੀ, ਇਹ 1970 ਦਾ ਬੰਦ ਹੋਇਆ ਵਾ ਤੇ ਹੁਣ ਇਹ ਇੱਕ ਪਾਸੇ ਤਾਂ ਕਹਿੰਦੇ ਅਸੀਂ ਪੰਜਾਬ ਦੇ ਖਰਚੇ ਘਟਾਣੇ ਆ ਜੀ। ਹਾਂ। ਦੂਜੇ ਪਾਸੇ ਇਹ ਚਿੱਟਾ ਹਾਥੀ ਹੋਰ ਬੰਨਣ ਲੱਗੇ ਆ ਜੀ। ਇਹ ਵੀਰ ਜੀ ਤੁਸੀਂ ਦੇਖੋ, ਇਹ ਕੇਜਰੀਵਾਲ ਦੀ ਟੇਢੀ ਚਾਲ ਹੈਗੀ ਆ। ਜਿਸ ਤਰ੍ਹਾਂ ਉਹਨੇ ਰਾਜ ਸਭਾ ਦੇ ਵਿੱਚ ਸਾਰੇ ਦਿੱਲੀ ਦੇ ਬੰਦਿਆਂ ਨੂੰ ਆਪਣੇ ਚਹੇਤੇ ਨੂੰ ਵਾੜਿਆ, ਇਸੇ ਤਰ੍ਹਾਂ ਜਿਹੜੀ ਇਹ ਪਰਿਸ਼ਦ ਦੀ ਇਹ ਮਤਲਬ ਮੰਗ ਕਰ ਰਹੇ ਉਹਦੇ ਵਿੱਚ ਦੇ ਤੌਰ ਤੇ ਦਿੱਲੀ ਦਾ ਕਬਜ਼ਾ ਕਰਾ ਦੇਣਾ ਇਹਨਾਂ ਨੇ ਜੀ। ਪੰਜਾਬੀਆਂ ਨੂੰ ਪਿੱਛੇ ਧੱਕ ਦੇਣਾ। ਜਿਹੜਾ MLA ਇਹਨਾਂ ਦੀ ਹੁਣ ਵੀ ਨਹੀਂ ਕੋਈ ਚੱਲ ਪੁੱਛਦੇ, ਇਹਨਾਂ ਦੇ ਉੱਤੇ ਬਿਠਾ ਦੇਣੇ ਆ ਜੀ ਉਹ ਲਿਆ ਕੇ। ਜਾਂ ਫਿਰ ਇਹਦੇ 'ਚ ਅਮਰੀਕ ਸਿੰਘ ਜੀ, ਜੇ ਇਹ ਨਾਲ ਜੋ ਬਿੱਲ ਪਾਸ ਕਰਦੇ ਆ ਉਹਦੇ 'ਚ ਇਹ ਕੰਡੀਸ਼ਨ ਰੱਖਤੀ ਜਾਵੇ ਕਿ ਪੰਜਾਬੀ ਡੋਮਿਸਾਈਲ ਜ਼ਰੂਰ ਹੋਣਾ ਚਾਹੀਦਾ ਜਿਹੜਾ ਵੀ ਮੈਂਬਰ ਬਣਾਇਆ ਜਾਏ, ਫਿਰ ਠੀਕ ਹੈ? ਨਹੀਂ ਜੀ, ਬਿਲਕੁਲ ਠੀਕ ਨਹੀਂ ਵੀਰ ਜੀ। ਜੇ ਹੁਣ 117 ਜਿਹੜੇ ਵਿਧਾਨ ਸਭਾ ਦੇ ਮੈਂਬਰ ਆ ਉਹ ਕਿੱਡਾ ਕੁ ਵੱਡਾ ਹੈਗਾ ਪੰਜਾਬ ਵੀਰ ਜੀ। ਪਰ ਮੈਨੂੰ ਇਹ ਦੱਸੋ ਮੈਂ ਸਾਨੂੰ ਸਿਰਫ ਸਵਾਲ ਹੀ ਪੁੱਛਣਾ ਚਾਹੁੰਦਾ ਵੀ ਜੇ ਕੋਈ ਚੰਗੇ ਮਾਹਰ ਨੇ, ਇਕਨੋਮਿਸਟ ਨੇ, ਆਰਥਿਕ ਮਾਹਰ ਨੇ, ਜੇ ਕੋਈ ਪ੍ਰੋਫੈਸਰ ਨੇ ਜਿਹੜੀ ਚੰਗੀ ਸਲਾਹ ਦੇ ਸਕਦੇ ਆ, ਉਹ ਫਿਰ ਸਰਕਾਰ 'ਚ ਕਿਵੇਂ ਆਉਣ? ਵੀਰ ਜੀ ਸਾਡੇ ਸਾਹਮਣੇ ਆ ਜੀ। ਇਹਨਾਂ ਨੇ ਜਿਹੜੇ ਤੁਸੀਂ ਦੇਖ ਲਓ, ਰਾਜ ਸਭਾ ਦੇ ਵਿੱਚ ਦੇਖ ਲਓ, ਉਹ ਹਿੰਦੀ ਮੂਵੀਆਂ ਦੇ ਐਕਟਰ ਬਿਠਾ ਤੇ ਲਿਆ ਕੇ ਉਹਨਾਂ ਨੂੰ ਕਿਹੜੀ ਸਲਾਹ ਦੇ ਰਿਹਾ ਜੀ ਉੱਥੇ? ਜਾਂ ਕ੍ਰਿਕਟਰ ਦੇ ਖਿਡਾਰੀ ਕਿਹੜੀ ਸਲਾਹ ਦੇ ਰਿਹਾ? ਇਸੇ ਤਰ੍ਹਾਂ ਪੰਜਾਬ 'ਚ ਹੋਊਗਾ ਜੀ। ਇਹ ਤਾਂ ਬਿਲਕੁਲ ਬਹੁਤ ਵੱਡਾ ਭਾਰ ਪੈ ਜਾਊਗਾ ਪੰਜਾਬ, ਬਹੁਤ ਵੱਡਾ ਭਾਰ ਪੈ ਜਾਊਗਾ। ਅਮਰੀਕ ਸਿੰਘ ਕਹਿ ਰਹੇ ਨੇ ਬਿਲਕੁਲ ਗਲਤ ਚੀਜ਼ ਨਹੀਂ ਹੋਣਾ ਚਾਹੀਦਾ। ਥੈਂਕ ਯੂ। ਪ੍ਰਗਟ ਸਿੰਘ ਬਲ ਨੇ ਮਿਸਕੀ ਗੁਪਤਾ ਦਾ ਜਵਾਬ ਦਿੱਤਾ ਵਾ ਕਿ ਜਿਵੇਂ ਰਾਮੂਵਾਲੀਆ UP ਦੇ ਵਿੱਚ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣ ਕੇ ਉੱਥੇ ਮੰਤਰੀ ਬਣ ਗਿਆ ਸੀ, ਉਸੇ ਤਰ੍ਹਾਂ ਵਿਧਾਨ ਪ੍ਰੀਸ਼ਦ ਦੇ ਮੈਂਬਰ ਮੰਤਰੀ ਬਣ ਸਕਦੇ। ਮੈਂ ਇਹੋ ਹੀ ਗੱਲ ਮੈਂ ਵੀ ਸ਼ੇਅਰ ਕੀਤੀ ਹੈ। ਗਿਲ ਨਿਰਮਲ ਸਿੰਘ ਕਹਿ ਰਹੇ ਨੇ ਪੰਜਾਬ ਸਿਰ ਪਹਿਲਾਂ ਹੀ ਬਹੁਤ ਕਰਜ਼ਾ ਹੈ, ਹੋਰ ਖਰਚਾ ਖੜਾ ਕਰਨਾ ਬੇਵਕੂਫੀ ਹੀ ਹੈ। ਆਮ ਆਦਮੀ ਪਾਰਟੀ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਹੱਡ ਵੇਚਣ ਦੀ ਸੋਚ ਰਹੀ ਹੈ। ਨਿਰਮਲ ਸਿੰਘ ਦਾ ਵਿਚਾਰ ਹੈ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਵਿਧਾਨ ਸਭਾ ਦੀਆਂ ਕਿੰਨੀਆਂ ਕੁ ਬੈਠਕਾਂ ਹੁੰਦੀਆਂ ਹਨ ਜੋ ਵਿਧਾਨ ਪ੍ਰੀਸ਼ਦ ਦੀ ਲੋੜ ਹੈ? ਬਹੁਤ ਇੰਟਰਸਟਿੰਗ ਪੁਆਇੰਟ ਸਤਨਾਮ ਸਿੰਘ ਧਾਮੀ ਨੇ ਕੀਤਾ। ਮੈਂ ਜਿਹੜਾ 5 ਸਾਲ MLA ਰਿਹਾ, ਮੈਂ ਵੇਖਿਆ 14 ਤੋਂ 20 ਵਿਧਾਨ ਸਭਾ ਦੀਆਂ ਸਿਟਿੰਗਸ ਨਹੀਂ ਹੁੰਦੀਆਂ ਸਾਰੇ ਸਾਲ 'ਚ। ਸੋ ਉਹਨਾਂ ਨੇ ਕਿਹਾ ਕਿ ਜੇ ਉਹਦੀਆਂ ਸਿਟਿੰਗਸ ਹੀ ਨਹੀਂ ਕਰਦੇ ਤਾਂ ਫਿਰ ਵਿਧਾਨ ਪ੍ਰੀਸ਼ਦ ਜਿੱਥੇ ਸਲਾਹ ਮਸ਼ਵਰਾ ਚੰਗੇ ਮਾਹਰ ਦੇ ਸਕਦੇ ਉਹ ਕਦੋਂ ਦੇਣਗੇ ਫਿਰ? ਉਹ ਬਹੁਤ ਇੰਟਰਸਟਿੰਗ ਪੁਆਇੰਟ ਸਤਨਾਮ ਸਿੰਘ ਦਾ। ਬਿਲਕੁਲ ਹੀ ਇਜ਼ ਹਿੱਟ ਦੀ ਨੇਲ ਔਨ ਦੀ ਹੈਡ। ਮਿਸਕੀ ਗੁਪਤਾ ਕੇ ਕਹਿ ਰਹੇ ਨੇ ਰਾਘਵ ਚੱਡਾ ਲਈ ਰਸਤਾ ਬਣਾਇਆ ਜਾ ਰਿਹਾ ਹੈ। ਨਹੀਂ, ਰਾਘਵ ਚੱਡਾ ਤੇ ਰਾਜ ਸਭਾ ਦੇ ਮੈਂਬਰ ਹੈ ਜੀ, ਉਹ ਫਿਰ ਇੱਥੇ ਅੱਛਾ ਤੁਹਾਡਾ ਮਤਲਬ ਹੈ ਸ਼ਾਇਦ ਮਿਸਕੀ ਗੁਪਤਾ ਦਾ ਵਿਚਾਰ ਹੈ ਕਿ ਇੱਥੇ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਾ ਕੇ ਇੱਥੇ ਸ਼ਾਇਦ ਮੰਤਰੀ ਬਣਾਇਆ ਜਾ ਸਕੇ। ਇਹ ਸ਼ਾਇਦ ਮਿਸਕੀ ਗੁਪਤਾ ਕਹਿਣਾ ਚਾਹੁੰਦੇ ਨੇ। ਸਤਿੰਦਰ ਮਾਹਲ ਸਾਡੇ ਨਾਲ ਜੁੜ ਗਏ ਨੇ।
ਸਵਾਗਤ ਹੈ ਉਹਨਾਂ ਦਾ। ਮਨਜੀਤ ਸੁਰਖਾ ਕਹਿ ਰਹੇ ਨੇ ਇਹ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਜਿਨ੍ਹਾਂ ਤੋਂ ਪਾਰਟੀ ਨੂੰ ਵੱਡੇ ਵੱਡੇ ਫੰਡ ਦਿੱਤੇ ਹਨ ਉਹਨਾਂ ਨੂੰ ਹੁਣ ਉੱਥੇ ਐਡਜਸਟ ਕਰਨ ਦੀ ਗੱਲ ਹੈ। ਮਨਰਾਜ ਗਿੱਲ ਕਹਿ ਰਹੇ ਨੇ ਵਨ ਨੇਸ਼ਨ ਵਨ ਇਲੈਕਸ਼ਨ ਰੂਲ ਜੇ ਪਾਸ ਹੋ ਜਾਂਦਾ ਵਾ ਤੇ ਵੀ ਵਿਲ ਗੈਟ ਆ ਜਿਹੜੇ ਜੋਕਰ ਅਸੀਂ ਇਕੱਠੇ ਕੀਤੇ ਆ ਇਹਨਾਂ ਦਾ ਖਹਿੜਾ ਛੁੱਟ ਜਾਏਗਾ। ਇਹ ਮਨਰਾਜ ਗਿੱਲ ਦਾ ਵਿਚਾਰ ਹੈ। ਵਿਲ ਟੇਕ ਦ ਨੈਕਸਟ ਕਾਲ। ਹੈਲੋ ਭਾਈ ਸਾਹਿਬ ਔਨ 에ਅਰ ਜੇ ਤੁਸੀਂ ਜੀ ਲਾਈਵ ਕਰਾਇਓ ਸੰਧੂ ਸਾਹਿਬ ਨੇ। ਬਿਲਕੁਲ ਜੀ ਲਾਈਵ ਜੇ ਤੁਸੀਂ ਹੁਣ ਦੱਸੋ ਕੌਣ ਬੋਲ ਰਹੇ? ਹਾਂ ਸੰਧੂ ਸਾਹਿਬ ਮੈਂ ਕਰਮਜੀਤ ਸਿੰਘ ਕਾਲਾ ਅਮਰੀਕਾ ਤੋਂ ਬੋਲਦਾ। ਕਰਮਜੀਤ ਸਿੰਘ ਸਵਾਗਤ ਹੈ ਜੀ। ਬੜੇ ਦੇਰ ਬਾਅਦ ਕਾਲ ਕੀਤੀ, ਸ਼ਾਇਦ ਮੈਨੂੰ ਯਾਦ ਨਹੀਂ ਪਹਿਲਾਂ ਕਦੋਂ। ਮੈਂ ਇੱਕ ਦੋ ਵਾਰੀ ਕੀਤੀ ਆ, ਤੁਹਾਡਾ ਫਿਰ ਬਿਜ਼ੀ ਹੁੰਦਾ, ਚੱਕਿਆ ਨਹੀਂ ਜਾਂਦਾ। ਹਾਂਜੀ ਹਾਂਜੀ ਇਤਰਾਜ਼ ਵੀ ਇਸ ਗੱਲ 'ਚ, ਤੁਹਾਡਾ ਕੰਮ ਸੋਹਣਾ ਹੁੰਦਾ, ਬਿਜ਼ੀ ਹੁੰਦਾ। ਮਿਹਰਬਾਨੀ ਜੀ। ਹਾਂ ਮੈਂ ਬੇਨਤੀ ਇਹ ਕਰ ਲਗਾ ਕਿ ਤੁਹਾਡਾ ਤਜਰਬਾ ਹੈ ਜਿਵੇਂ ਜੀ, ਤੇ ਮੈਂ ਆਪਦੇ ਤਜਰਬੇ ਦੀ ਇਹ ਗੱਲ ਕਰਨ ਲੱਗਾ ਵੀ ਮੈਂ ਹੈਡ ਆਫਿਸ ਰਿਹਾ, ਪੰਜਾਬ ਦਾ ਪ੍ਰਧਾਨ ਰਿਹਾ। ਮੈਨੂੰ ਪਤਾ ਹੈ ਕਿ ਜਿਹੜੇ ਜਿੱਤ ਕੇ ਐਮਐਲਏ ਹੁੰਦੇ ਉਹਨਾਂ ਦੇ ਵੱਸ ਦਾ ਰੋਗ ਨਹੀਂ ਸਰਕਾਰਾਂ ਚਲਾਉਣੀਆਂ। ਟੈਕਟਿਕਸ ਕੰਮ ਦਾ ਜਾਣੂ ਹੋਣਾ, ਆਪਦੇ ਪੰਜਾਬ ਬਾਰੇ ਵਾਕਫੀਤ ਹੋਣਾ, ਇਟਸ ਨਾਟ ਏ ਈਜ਼ੀ ਜੌਬ। ਸੋ ਜੇ ਨਹੀਂ ਪ੍ਰੀਸ਼ਦ ਬਣ ਸਕਦੀ ਬਰਾਬਰੇ 'ਚ ਕੋਈ ਸ਼ੱਕ ਨਹੀਂ ਕਿ ਖਰਚਾ ਪਊਗਾ। ਪੰਜਾਬ ਤਾਂ ਬਹੁਤ ਡਾਊਨ ਚਲਾ ਗਿਆ। ਪੰਜਾਬ ਦਾ ਤਾਂ ਆਮਦਨ ਦਾ ਜ਼ਰੀਆ ਹੀ ਕੋਈ ਦਿਸ ਨਹੀਂ ਰਿਹਾ ਤੇ ਟਾਈਮ ਪਾਸ ਹੋ ਰਿਹਾ ਹੁਣ ਤਾਂ। ਸੋ ਮੈਂ ਇੱਕੋ ਹੀ ਰਾਏ ਦਊਂਗਾ ਕਿ ਬੰਦੇ ਜਿਹੜੇ ਹਰ ਸ਼ੋਭਿਆਂ ਚੋਂ ਟੌਪ ਦੇ ਬੰਦੇ ਆ ਹੋਣੇ ਚਾਹੀਦੇ। ਪਰ ਉਹ ਕਿਵੇਂ ਯਕੀਨੀ ਬਣਾਇਆ ਜਾਵੇ? ਇਹ ਕਿਵੇਂ ਯਕੀਨੀ ਬਣਾਇਆ ਜਾਵੇ ਵੀ ਚੰਗੇ ਬੰਦੇ ਹੀ ਹੋਣਗੇ? ਹਾਂ ਪ੍ਰੀਸ਼ਦ ਨਾ ਬਣਾਓ ਤੁਸੀਂ, ਉਹਦੇ 'ਚ ਹਰ ਜਦੋਂ ਇਲੈਕਸ਼ਨ ਹੋਵੇ ਹਰ ਸਾਲ ਉਹਦੇ 'ਚ ਨੋਮੀਨੇਸ਼ਨ ਹੋਵੇ 8-10 ਬੰਦਿਆਂ ਦੀ, ਗਿਣ ਲਓ, ਬੜੇ ਨਾ ਕਰੋ, 10 ਕਰ ਲਓ। ਓਕੇ, ਬੜਾ ਜ਼ਰੂਰੀ ਹੈ। ਮਿਹਰਬਾਨੀ ਜੀ, ਬਹੁਤ ਅੱਛਾ, ਥੈਂਕ ਯੂ। ਉਸ ਟਾਈਮ ਹਿੰਦੁਸਤਾਨ ਤਾਂ ਉਜੜ ਗਿਆ ਸੀ। ਥੈਂਕ ਯੂ ਥੈਂਕ ਯੂ। ਜੜ ਗਿਆ ਸੀ, ਸੋਨਾ ਗਹਿਣੇ ਰੱਖਿਆ ਜਾ ਰਿਹਾ। ਮਿਹਰਬਾਨੀ ਮਿਹਰਬਾਨੀ। ਬਹੁਤ ਇੰਟਰਸਟਿੰਗ ਵਿਚਾਰ ਦਿੱਤਾ ਭਾਈ ਸਾਹਿਬ ਨੇ ਕਿ ਵਿਧਾਨ ਪ੍ਰੀਸ਼ਦ ਨਾ ਬਣਾਓ, ਵਿਧਾਨ ਸਭਾ ਦੇ ਵਿੱਚ ਕੋਈ ਇਹੋ ਜਿਹਾ ਸਿਸਟਮ ਇੰਟਰੋਡਿਊਸ ਕੀਤਾ ਜਾਵੇ ਵੀ ਤੁਸੀਂ ਕੁਝ ਮੈਂਬਰਾਂ ਨੂੰ ਨੋਮੀਨੇਟ ਕਰ ਸਕੋ। ਇਹ ਇੱਕ ਨਵਾਂ ਸੁਝਾਅ ਹੈ। ਵੈਸੇ ਵਿਧਾਨ ਪ੍ਰੀਸ਼ਦ ਦੇ ਵਿੱਚ ਜਿਵੇਂ ਰਾਜ ਸਭਾ 'ਚ ਨੋਮੀਨੇਸ਼ਨ ਦਾ ਸਿਸਟਮ ਹੈ, ਲੇਕਿਨ ਲੋਕ ਸਭਾ 'ਚ ਨੋਮੀਨੇਸ਼ਨ ਦਾ ਸਿਸਟਮ ਹੈ ਨਹੀਂ। ਉਹ ਨੋਮੀਨੇਸ਼ਨ ਦਾ ਸਿਸਟਮ ਸੁਜੈਸਟ ਕਰ ਰਿਹਾ ਹੈ। ਮੀਨਵਾਈਲ ਲਖਵੀਰ ਸਿੰਘ, ਦਲਵੀਰ ਸਿੰਘ, ਖਰੇਤੀ ਲਾਲ ਵੀ ਸਾਡੇ ਨਾਲ ਤਾਜ਼ੇ ਕਮੈਂਟ ਉਹਨਾਂ ਦੇ ਤੁਸੀਂ ਦੇਖ ਸਕਦੇ ਜੇ। ਦਰਸ਼ਨ ਧਾਲੀਵਾਲ ਕਹਿ ਰਹੇ ਨੇ ਵਿਧਾਨ ਪ੍ਰੀਸ਼ਦ ਦੀ ਕੋਈ ਜ਼ਰੂਰਤ ਨਹੀਂ, ਗੈਰ ਸਿਆਸੀ ਮਾਹਿਰਾਂ ਦੀਆਂ ਕਮੇਟੀਆਂ ਬਣਾਈਆਂ ਜਾ ਸਕਦੀਆਂ ਹਨ ਅਤੇ ਇਹਨਾਂ ਦਾ ਕਾਰਜਕਾਲ ਨਿਸ਼ਚਿਤ ਕੀਤਾ ਜਾ ਸਕਦਾ ਹੈ। ਚਿੱਟਾ ਹਾਥੀ ਬਣਨ ਦੀ ਲੋੜ ਨਹੀਂ। ਵੈਸੇ ਹੀ ਕਮੇਟੀਜ਼ ਬਣਾ ਕੇ ਉਹਨਾਂ ਦੇ ਸੁਝਾਅ ਜਿਹੜੇ ਨੇ ਸਲਾਹ ਸਰਕਾਰ ਨੂੰ ਦਿੱਤੇ ਜਾ ਸਕਦੇ ਆ, ਜਿਵੇਂ ਫਾਰਮਰਸ ਕਮਿਸ਼ਨ ਜਾਂ ਹੋਰ ਕਮਿਸ਼ਨ। ਇਹ ਦਰਸ਼ਨ ਸਿੰਘ ਧਾਲੀਵਾਲ ਦਾ ਵਿਚਾਰ ਹੈ। ਉਲਟੇ ਦੀ ਇੱਕ ਅਗਲੀ ਕਾਲ ਨਹੀਂ ਸੀ ਪਰ ਕਾਲ ਕੱਟ ਗਈ ਆ। ਸੋ ਮੈਂ ਜਿਹੜੇ ਭਾਈ ਸਾਹਿਬ ਕਾਲ ਕਰ ਰਹੇ ਸਨ ਮੈਂ ਉਹਨਾਂ ਨੂੰ ਕਹੂੰਗਾ ਦੁਬਾਰਾ ਕਾਈਂਡਲੀ ਡਾਇਲ ਕਰ ਲਓ। ਮੈਂ ਤੁਹਾਡੀ ਕਾਲ ਲੈ ਨਹੀਂ ਸਕਿਆ, ਉਹਦੇ ਲਈ ਮੈਂ ਮਾਫੀ ਚਾਹੁੰਦਾ ਵਾਂ। ਹੁਣ ਕਾਲ ਆਈ ਆ, ਦੇਖਦੇ ਹਾਂ ਸ਼ਾਇਦ ਉਹੀ ਕਾਲਰ ਸਨ ਜਾਂ ਹੋਰ ਕੋਈ ਕਾਲਰ ਨੇ। ਹੈਲੋ ਭਾਈ ਸਾਹਿਬ ਔਨ 에ਅਰ ਜੇ ਤੁਸੀਂ। ਹੈਲੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਫਲਾਣੇ ਮੇਜਰ ਸਿੰਘ। ਹਾਂਜੀ ਮੇਜਰ ਸਿੰਘ ਜੀ। ਔਰ ਸੰਧੂ ਸਾਹਿਬ ਪਹਿਲੀ ਗੱਲ ਤਾਂ ਇਹ ਜਿਹੜੀ ਵਿਧਾਨ ਪਰਿਸ਼ਦ ਬਣਾਉਣਾ ਚਾਹੁੰਦੇ ਨੇ ਉਹ ਕੋਈ ਪਾਰਟੀ ਆ ਜੇ ਜਿੱਤ ਕੇ ਉਹਨਾਂ ਨੇ ਆਪਦੇ ਬੰਦੇ ਲੈਣੇ ਨੇ। ਨਹੀਂ ਉਹਦੇ 'ਚ ਇੱਕ ਦਿੱਕਤ ਆ, ਇੱਕ ਮਿੰਟ, ਇਹਦੇ 'ਚ ਦਿੱਕਤ ਇਹ ਹੋਣੀ ਆ ਕਿ ਜੇ ਹੁਣ ਵਿਧਾਨ ਪਰਿਸ਼ਦ ਬਣਦੀ ਆ ਪੰਜਾਬ 'ਚ ਤੇ ਟੈਨਿਓਰ 6 ਸਾਲ ਦੀ ਹੁੰਦੀ ਆ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ। ਇਹਦਾ ਮਤਲਬ ਆ ਜਿਹੜੀ ਹੁਣ ਮੈਂਬਰ ਬਣਨਗੇ ਉਹ 2030 ਤੱਕ ਬਣਨਗੇ ਤੇ 2027 'ਚ ਜੇ ਪੰਜਾਬ 'ਚ ਦੂਜੀ ਪਾਰਟੀ ਦੀ ਸਰਕਾਰ ਆਉਂਦੀ ਆ ਤੇ ਇਹ ਵਿਧਾਨ ਪਰਿਸ਼ਦ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੀ ਮੈਜੋਰਿਟੀ ਰਹੂਗੀ। ਐਗਰੀ ਹੋਵੇਗੀ ਮਹਿੰਗੇ ਪਰ ਗਾਂ ਨੂੰ ਫਿਰ ਜਦੋਂ ਇਲੈਕਸ਼ਨ ਫਿਰ ਉਹ ਅਗਲੀ ਪਾਰਟੀ ਬਾਪ ਦੇ ਬੰਦੇ ਲੈ ਆਊਗੀ ਜੀ। ਇਹਦਾ ਮਤਲਬ ਬਣਨਾ ਕੁਛ ਨਹੀਂ ਹੈ, ਮਤਲਬ ਇਹਨਾਂ ਸਿਰ ਆਪਦੇ ਬੰਦੇ ਐਡਜਸਟ ਕਰਨੇ ਨੇ। ਓਕੇ। ਨੰਬਰ 2 ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਦੇਖੋ ਇਹ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਪੰਜਾਬ ਦੇ ਖਰਚੇ ਘਟਾਉਣੇ ਨੇ, ਕਰਜ਼ਾ ਲਾਉਣਾ। ਇਹ ਤਾਂ ਇੱਕ ਹੋਰ ਨਵਾਂ ਬੰਦਾ ਖੜਾ ਕਰ ਰਹੇ ਨੇ ਖਰਚੇ ਵਧਾਉਣ ਲਈ। ਉਹਨੇ ਦੇ ਕਿੰਨਾ ਕਰੋੜਾਂ ਰੁਪਇਆ ਖਰਚਾ ਹੋਣਾ, ਤਨਖਾਹ ਬਣਨੀ ਆ, ਮਕਾਨ ਬਣਨੇ ਨੇ, ਪੀਏ ਦੇਣੇ ਨੇ, ਗੱਡੀਆਂ ਦੇਣੀਆਂ ਨੇ। ਇਹ ਤਾਂ ਆਪਦੀ ਵਿਧਾਨ ਸਭਾ ਨਹੀਂ ਚੱਲਦੀ ਤਾਂ ਉਹਨਾਂ ਨਾਲ ਕੀ ਹੋਰ ਕੀ ਕਰਨਗੇ? ਸ਼ੋਰ। ਸੋ ਤੁਹਾਡਾ ਖਿਆਲ ਹੈ ਕਿ ਨਹੀਂ ਇਹ ਬਣਨੀ ਚਾਹੀਦੀ? ਬਿਲਕੁਲ ਨਹੀਂ ਚਾਹੀਦੀ। ਇਟ ਇਜ਼ ਨੋ ਨੀਡ ਐਟ ਆਲ। ਇਫ ਐਟ ਆਲ ਦੇ ਵਾਂਟ ਟੂ ਰਨ ਦੇ ਸ਼ੁਡ ਰਨ ਰਾਜ ਸਭਾ ਵਿਦ ਗੁੱਡ ਫੇਥ। ਮਿਹਰਬਾਨੀ। ਆਪੋਜੀਸ਼ਨ ਦਾ ਰਲ ਮਿਲ ਕੇ ਚੰਗੇ ਡਿਸੀਜਨ ਲੈਣ ਤਾਂ ਦੈਟ ਇਜ਼ ਗੁੱਡ ਐਨਫ। ਮਿਹਰਬਾਨੀ। ਥੈਂਕ ਯੂ ਫਲਾਈਂਗ ਅਫਸਰ ਮੇਜਰ ਸਿੰਘ ਜੀ। ਉਹ ਕਹਿ ਰਹੇ ਨੇ
ਕਿ ਰਾਜ ਸਭਾ 'ਚ ਹੀ ਮੈਂਬਰ ਚੰਗੇ ਭੇਜੋ, ਇੱਥੇ ਤੁਸੀਂ ਇਹ ਚਿੱਟਾ ਹਾਥੀ ਨਾ ਖੜਾ ਕਰੋ। ਔਰ ਵੈਸੇ ਵੀ ਇਹਦੇ 'ਚ ਹਰ ਪਾਰਟੀ ਆਪਣੇ ਸਿਫਾਰਸ਼ੀ ਬੰਦੇ ਲਊਗੀ। ਹੁਣ ਆਮ ਆਦਮੀ ਪਾਰਟੀ ਲਊਗੀ, ਜਦੋਂ 2027 'ਚ ਕੋਈ ਹੋਰ ਪਾਰਟੀ ਆ ਗਈ ਉਹ ਆਪਣੇ ਬੰਦੇ ਨੋਮੀਨੇਟ ਕਰਨਗੇ ਜਾਂ ਆਪਣੇ ਬੰਦੇ ਮੈਂਬਰ ਬਣਾਉਣਗੇ। ਸੋ ਇਹਦਾ ਕੋਈ ਫਾਇਦਾ ਨਹੀਂ ਹੋਣਾ। ਮਿਸਕੀ ਗੁਪਤਾ ਨੇ ਕੋਈ ਨਾਂ ਦਿੱਤੇ ਆ ਵੀ ਜੇ ਇਹ ਵਿਧਾਨ ਸਭਾ ਬਣਦੀ ਆ ਤੇ ਇਹੋ ਜਿਹੇ ਬੰਦੇ ਉੱਥੇ ਚਾਹੀਦੇ ਨੇ। ਓਬਵੀਅਸ ਰੀਜ਼ਨਸ ਕਰਕੇ ਜਿਹੜੇ ਉਹਨਾਂ ਨੇ ਨਾਂ ਲਿਖੇ ਆ, ਮੈਂ ਉਹ ਨਾਂ ਪੜ੍ਹਨਾ ਨਹੀਂ ਚਾਹੁੰਦਾ, ਕਿਤੇ ਕਿਸੇ ਨੂੰ ਇਹ ਨਾ ਲੱਗੇ ਕਿ ਅਸੀਂ ਸ਼ਾਇਦ ਆਪਣੀ ਸਿਫਾਰਿਸ਼ ਹੀ ਕਰ ਰਹੇ ਹਾਂ। ਇਹੋ ਜਿਹੀ ਕੋਈ ਮਨਸ਼ਾ ਨਹੀਂ ਜੀ ਭਾਈ ਸਾਹਿਬ, ਥੈਂਕ ਯੂ। ਗੱਲਾਂ ਬਾਤਾਂ ID ਤੋਂ ਰਵੀ ਗਰੇਵਾਲ ਦਾ ਅਗਲਾ ਕਮੈਂਟ ਆਇਆ ਵਾ ਫੇਸਬੁੱਕ ਦੇ ਉੱਪਰ। ਉਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਵਾਲਿਆਂ ਕੋਲ ਤਜਰਬੇ ਦੀ ਘਾਟ ਹੈ, ਇਹਨਾਂ ਕੋਲ ਮੰਤਰੀ ਬਣਾਉਣ ਲਈ ਤਜਰਬੇਕਾਰ MLA ਦੀ ਘਾਟ ਹੈ। ਲੱਗਦਾ ਹੈ ਹੁਣ ਕੇਜਰੀਵਾਲ ਵਿਧਾਨ ਪਰਿਸ਼ਦ ਰਾਹੀਂ ਆਪਣੇ ਮਨਪਸੰਦ ਲੋਕਾਂ ਨੂੰ ਮੰਤਰੀ ਦੀ ਪੌੜੀ ਚੜਾਉਣ ਲਈ ਰਾਹ ਪੱਧਰਾ ਕਰ ਰਿਹਾ ਹੈ। ਇਹ ਰਵੀ ਗਰੇਵਾਲ ਦਾ ਕਮੈਂਟ ਹੈ। ਗੁਲਿੰਦਰ ਗਿੱਲ ਕਹਿ ਰਹੇ ਨੇ ਲੋਕਾਂ ਦੇ ਚੁਣੇ ਹੋਏ ਲੋਕ ਹੀ ਗਵਰਨਮੈਂਟ ਦੇ ਨੁਮਾਇੰਦੇ ਹੋਣੇ ਚਾਹੀਦੇ ਹਨ। ਇਹ ਰੁਝਾਨ ਬਿਲਕੁਲ ਡੈਮੋਕ੍ਰੇਸੀ ਦੇ ਸਿਧਾਂਤ ਦੇ ਉਲਟ ਹੈ। ਗੁਲਿੰਦਰ ਗਿੱਲ ਵੈਸੇ ਤੇ ਆਮ ਆਦਮੀ ਪਾਰਟੀ ਦੀਆਂ ਪਾਲਿਸੀਜ਼ ਨੂੰ ਦੀ ਸ਼ਲਾਘਾ ਆਮ ਤੌਰ ਤੇ ਕਰਦੇ ਆ, ਪਰ ਅੱਜ ਉਹ ਕਹਿ ਰਹੇ ਨੇ ਕਿ ਜੇ ਇਹੋ ਜਿਹਾ ਪ੍ਰਪੋਜ਼ਲ ਹੈ ਤੇ ਇਹ ਡੈਮੋਕ੍ਰੇਸੀ ਦੇ ਸਿਧਾਂਤਾਂ ਦੇ ਉਲਟ ਹੈ। ਸਿੰਘ ਸਰਾਂ ਕਹਿ ਰਹੇ ਨੇ ਵਿਧਾਨ ਪਰਿਸ਼ਦ ਨਹੀਂ ਬਣਨੀ ਚਾਹੀਦੀ, ਸਿਰਫ ਪੰਜਾਬ ਦੇ ਸਿਰ ਕਰਜ਼ਾ ਚੜੇਗਾ, ਹੋਰ ਕੁਝ ਨਹੀਂ। ਮਨਜੀਤ ਸੁਰਖਾ ਕਹਿ ਰਹੇ ਨੇ ਇਹਨਾਂ ਕੋਲੋਂ ਪੈਸੇ ਲੈ ਕੇ ਲੱਗਦਾ ਨਵਾਂ ਜਹਾਜ਼ ਲੈਣਗੇ। ਜਿਹੜੇ ਲੋਕਾਂ ਨੂੰ ਨੋਮੀਨੇਟ ਕਰਨਗੇ ਉਹਨਾਂ ਤੋਂ ਪੈਸੇ ਇਕੱਠੇ ਕਰਨ ਦਾ ਇਹ ਜਰੀਆ ਵਾ। ਇਹ ਮਨਜੀਤ ਸੁਰਖਾ ਦਾ ਵਿਚਾਰ ਹੈ। ਜਸਵਿੰਦਰ ਸਿੰਘ ਕਹਿ ਰਹੇ ਨੇ ਜੇ ਵਿਧਾਨ ਪਰਿਸ਼ਦ ਸਰਕਾਰ ਨੂੰ ਸਿੱਧਾ ਕਰਨ 'ਚ ਕਾਮਯਾਬ ਹੁੰਦੀ ਹੈ ਤਾਂ ਕੋਈ ਹਰਜ਼ ਨਹੀਂ, ਪਰ ਬਣ ਜਾਣੀ ਚਾਹੀਦੀ ਹੈ, ਨਹੀਂ ਕੋਈ ਤੇ ਇਹਦੀ ਕੋਈ ਲੋੜ ਨਹੀਂ। ਪ੍ਰਗਟ ਬਲ ਹੁਣੀ ਕਹਿ ਰਹੇ ਨੇ ਕਿ ਸਿਆਣਾ ਤੇ ਮਾਹਰ ਭਾਵੇਂ ਵਧੀਆ ਨਾ ਹੋਵੇ, ਪਰ ਉਹ ਸਲਾਹਕਾਰ ਘੱਟ ਤੇ ਚਾਪਲੂਸ ਵੱਧ ਹੋਵੇ, ਉਹ ਸਰਕਾਰ ਦੀ ਵਿਧਾਨ ਪਰਿਸ਼ਦ ਦਾ ਮੈਂਬਰ ਬਣ ਸਕਦਾ ਵਾ। ਇਹ ਪੁੱਛ ਰਹੇ ਨੇ ਉਹ। ਦਰਸ਼ਨ ਧਾਲੀਵਾਲ ਕਹਿ ਰਹੇ ਨੇ ਜੇ ਵਿਧਾਨ ਪਰਿਸ਼ਦ ਬਣਾਈ ਤਾਂ ਭਗਵੰਤ ਮਾਨ ਆਪਣਾ ਬਿਸਤਰਾ ਅਗਲੀ ਵਾਰ ਗੋਲ ਸਮਝੇ। ਸਤਿੰਦਰ ਮਾਹਲ ਕਹਿ ਰਹੇ ਨੇ ਇਹ ਕੰਮ ਕਰਕੇ ਸਰਕਾਰ ਪੈਸੇ ਵਾਲਿਆਂ ਨੂੰ ਐਡਜਸਟ ਕਰਨ ਦੇ ਮੂਡ 'ਚ ਲੱਗਦੀ ਹੈ, ਜਿਵੇਂ ਰਾਜ ਸਭਾ 'ਚ ਹੋਇਆ। ਇਸ ਨੂੰ ਸੱਤਾਧਿਰ ਆਪਣੀ ਪਾਰਟੀ ਦੇ ਲੀਡਰਾਂ ਨੂੰ ਹੀ ਭੇਜੂ, ਪਰ ਤਜਰਬਾ 1992 ਕੋਲ ਨਹੀਂ ਹੈ। ਪੈਸਾ ਖਰਾਬ ਹੋਣਾ ਜੀ ਪੰਜਾਬ ਦਾ ਜੇ ਇਹ ਸਭ ਕੁਝ ਹੁੰਦਾ ਹੈ। ਸਤਿੰਦਰ ਮਾਹਲ ਵੀ ਇਹਦੇ ਖਿਲਾਫ ਫੇਸਬੁੱਕ ਦੇ ਉੱਤੇ ਨੇ ਕਮੈਂਟ ਪਾਇਆ ਵਾ। ਇੱਥੇ ਮੈਂ ਰੋਕ ਰਿਹਾ ਇੱਕ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਕੀ ਪੰਜਾਬ ਦੇ ਵਿੱਚ ਅਪਰ ਹਾਊਸ ਯਾਨੀ ਵਿਧਾਨ ਪਰਿਸ਼ਦ ਜਿਵੇਂ 6 ਸਟੇਟਾਂ 'ਚ ਹੋਰ ਹੈ ਹੋਣੀ ਚਾਹੀਦੀ ਹੈ, ਇਹਦਾ ਕੀ ਫਾਇਦਾ ਹੋਊ, ਜੇ ਹੋਣੀ ਚਾਹੀਦੀ ਤੇ ਕਿਉਂ, ਜੇ ਨਹੀਂ ਹੋਣੀ ਚਾਹੀਦੀ ਤੇ ਕਿਉਂ ਨਹੀਂ। ਕਾਫੀ ਕਮੈਂਟਸ ਫੇਸਬੁੱਕ ਤੇ ਵੀ ਆਏ ਨੇ। ਹੁਣੇ ਅਮਰੀਕ ਸਿੰਘ ਸੰਧੂ ਦਾ ਕਮੈਂਟ ਆਇਆ। ਉਹ ਕਹਿ ਰਹੇ ਨੇ ਕਿ ਜਿਹੜਾ ਪੰਜਾਬ ਸਰਕਾਰ ਨੇ ਦਿੱਲੀ ਦੇ ਨਾਲ ਸਮਝੌਤਾ ਸਾਈਨ ਕੀਤਾ ਸੀ ਸਰਕਾਰ ਬਣਨ ਤੋਂ ਬਾਅਦ, ਉਹਦਾ ਕੀ ਫਾਇਦਾ ਹੋਇਆ। ਓਬਵੀਅਸਲੀ ਉਹਦਾ ਕੋਈ ਫਾਇਦਾ ਨਹੀਂ ਹੋਇਆ। ਇਸੇ ਤਰ੍ਹਾਂ ਇਹ ਇੱਕ ਗਲਤ ਕਦਮ ਹੋਵੇਗਾ ਪੰਜਾਬ ਸਰਕਾਰ ਦਾ। ਦਰਸ਼ਨ ਧਾਲੀਵਾਲ ਹੁਣਾਂ ਦਾ ਕਮੈਂਟ ਆਇਆ ਕਿ ਬਿਲਕੁਲ ਸਹੀ, ਇੰਜ ਲੱਗ ਰਿਹਾ ਵਾ ਕਿ ਪੰਜਾਬ ਦਾ ਪੈਸਾ ਬਰਬਾਦ ਹੋਵੇਗਾ। ਆਪਣੀ ਜੇਬ ਭਰਨੀ ਚਾਹੁੰਦੀ ਹੈ ਪਾਰਟੀ ਔਰ ਇਸ ਦੇ ਲੀਡਰ। ਸਿੰਘ ਸਰਾਂ ਕਹਿ ਰਹੇ ਨੇ ਵਿਧਾਨ ਪਰਿਸ਼ਦ ਨਾਲ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਵੇਗਾ, ਸਿਰਫ ਬਾਹਰਲੀਆਂ ਸਟੇਟਾਂ ਦੇ ਬੰਦੇ ਚੁਣੇ ਜਾਣਗੇ। ਅਰਵਿੰਦ ਕੇਜਰੀਵਾਲ ਸਿਰਫ ਬਾਹਰਲੀਆਂ ਸਟੇਟਾਂ ਵਿੱਚ ਚੋਣਾਂ ਜਿੱਤਣ ਲਈ ਇਹ ਰਾਹ ਪੱਧਰਾ ਕਰ ਰਹੇ ਨੇ। ਰਾਜ ਸਭਾ ਦੇ ਮੈਂਬਰਾਂ ਵਾਂਗ ਪੰਜਾਬ ਦਾ ਕੋਈ ਮੈਂਬਰ ਨਹੀਂ ਲਿਆ ਜਾਵੇਗਾ। ਇਹ ਸਿੰਘ ਸਰਾਂ ਦਾ ਕਮੈਂਟ ਆ। ਮਨਜੀਤ ਸੁਰਖਾ ਕਹਿ ਰਹੇ ਨੇ ਗੁਲਿੰਦਰ ਭਾਜੀ ਦੇ ਸਿੱਧੇ ਬਿਆਨ ਹੁੰਦੇ ਨੇ, ਮਤਲਬ ਗੁਲਿੰਦਰ ਭਾਜੀ ਇਹ ਚੰਗੇ ਦੋਸਤ ਵਾਂਗ ਫਰਜ਼ ਨਿਭਾਉਂਦੇ ਹਨ, ਸਹੀ ਨੂੰ ਸਹੀ ਦੱਸਦੇ ਹਨ, ਉਹ ਭਗਤਾਂ ਦੇ ਵਿੱਚ ਨਹੀਂ ਆਉਂਦੇ, ਇਹ ਮੰਨਣਾ ਹੀ ਹੋਵੇਗਾ। ਮਨਜੀਤ ਸੁਰਖਾ ਨੇ ਗੁਰਿੰਦਰ ਗਿੱਲ ਹੁਣਾਂ ਦੇ ਬਾਰੇ ਟਿੱਪਣੀ ਕੀਤੀ ਹੈ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਜੇਕਰ ਪੰਜਾਬ ਵਿਧਾਨ ਪਰਿਸ਼ਦ ਦੀ ਬਿਲਡਿੰਗ ਵਰਤੇਗਾ ਤਾਂ ਹਰਿਆਣਾ ਦਾ ਚੰਡੀਗੜ੍ਹ ਵਿੱਚ ਨਵੀਂ ਵਿਧਾਨ ਸਭਾ ਬਣਾਉਣ ਦੀ ਮੰਗ ਹੋਰ ਮਜ਼ਬੂਤ ਨਹੀਂ ਹੋਵੇਗੀ। ਇਹ ਸਤਨਾਮ ਸਿੰਘ ਧਾਮੀ ਪੁੱਛ ਰਹੇ ਨੇ। ਹਰਿਆਣਾ ਚੰਡੀਗੜ੍ਹ 'ਚ ਆਪਣੀ ਵਿਧਾਨ ਸਭਾ ਦੀ ਬਿਲਡਿੰਗ ਮੰਗ ਰਿਹਾ ਵਾ। ਸੋ ਉਹ ਕਹਿ ਰਹੇ ਨੇ ਸਤਨਾਮ ਸਿੰਘ ਧਾਮੀ ਕਿ ਉਹਦੀ ਜਿਹੜੀ ਡਿਮਾਂਡ ਆ ਉਹ ਹੋਰ ਸਟਰੈਂਥਨ ਹੋ ਜੂ, ਹੋਰ ਤਕੜੀ ਹੋ ਜਾਏਗੀ। ਇਹ ਸਤਨਾਮ ਸਿੰਘ ਧਾਮੀ ਦਾ ਕਮੈਂਟ ਹੈ। ਲਖਵੀਰ ਸਿੰਘ ਕਹਿ ਰਹੇ ਨੇ ਕਿ ਵਿਧਾਨ ਪਰਿਸ਼ਦ ਦਾ ਬਿੱਲ ਪੰਜਾਬ ਸਰਕਾਰ ਨਹੀਂ ਪਾਸ ਕਰ ਸਕਦੀ, ਇਹ ਰਾਜ ਸਭਾ 'ਚ ਪਾਸ ਹੋਏਗਾ। ਲਖਵੀਰ ਸਿੰਘ ਜੀ, ਪੰਜਾਬ ਸਰਕਾਰ ਮਤਾ ਪਾਸ ਕਰ ਸਕਦੀ ਆ, ਮਤਾ ਪਾਸ ਕਰਕੇ ਇਹਨਾਂ ਨੇ ਫਿਰ ਸੰਸਦ ਨੂੰ ਭੇਜਣਾ ਹੁੰਦਾ, ਫਿਰ ਸੰਸਦ ਜਿਹੜੀ ਆ ਉਹ ਕਲੀਅਰ ਕਰਦੀ ਹੈ ਇਹਨੂੰ, ਪਾਰਲੀਮੈਂਟ ਕਲੀਅਰ ਕਰਦੀ ਹੈ ਕਿ ਵਿਧਾਨ ਪਰਿਸ਼ਦ ਪੰਜਾਬ ਦੇ ਵਿੱਚ ਬਣੂਗੀ ਕਿ ਨਹੀਂ। ਬਹੁਤ ਸਟੇਟਾਂ ਨੇ ਵਿਧਾਨ ਪਰਿਸ਼ਦ ਦੀ ਸਿਫਾਰਿਸ਼ ਕੀਤੀ ਹੋਈ ਆ, ਉਹ ਜਾ ਕੇ ਸੰਸਦ ਪਾਰਲੀਮੈਂਟ ਦੇ ਲੈਵਲ ਤੇ ਅੜ ਜਾਂਦਾ ਵਾ। ਪੰਜਾਬ ਨੇ ਵੀ ਪਹਿਲਾਂ 2 ਵਾਰ ਸਿਫਾਰਿਸ਼ ਕੀਤੀ ਆ, 96 ਦੇ ਵਿੱਚ ਔਰ 93 ਦੇ ਵਿੱਚ, ਲੇਕਿਨ ਉੱਤੋਂ ਪਾਸ ਨਹੀਂ ਹੋਇਆ ਕਿਉਂਕਿ ਆਮ ਤੌਰ ਤੇ ਉੱਥੇ ਦੂਜੀ ਪਾਰਟੀ ਦੀ ਸਰਕਾਰ ਹੁੰਦੀ ਹੈ। ਸੋ ਇਸ ਵੇਲੇ ਵੀ ਪੰਜਾਬ ਸਰਕਾਰ ਜ਼ਰੂਰ ਇਹ ਮਤਾ ਪਾਸ ਕਰ ਸਕਦੀ ਆ, ਲੇਕਿਨ ਲੱਗਦਾ ਨਹੀਂ ਕਿ ਕੇਂਦਰ ਦੇ ਵਿੱਚੋਂ ਇਹਨੂੰ ਮਾਨਤਾ ਮਿਲੇਗੀ। ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਇਸ ਵੇਲੇ ਫੋਨ ਲਾਈਨ ਖਾਲੀ ਨੇ, ਤੁਸੀਂ ਜੇ ਕਾਲ ਕਰਕੇ ਆਪਣਾ ਵਿਚਾਰ ਦੇਣਾ ਚਾਹੁੰਦੇ ਜੇ ਤੇ ਜ਼ਰੂਰ ਕਾਲ ਕਰੋ
ਔਰ ਮੇਰੀ ਗੁਜ਼ਾਰਿਸ਼ ਹੈ ਕਿ ਸਾਡੇ ਕੋਈ ਨਵੇਂ ਸਰੋਤੇ ਜਿਹੜੇ ਇਸ ਪ੍ਰੋਗਰਾਮ ਸੁਣਦੇ ਨੇ ਉਹ ਵੀ ਫੋਨ ਚੁੱਕੋ ਔਰ ਫੋਨ ਲਾਈਨ ਖਾਲੀ ਆ, ਆਪਣੀ ਕਾਲ ਕਰੋ, ਆਪਣੇ ਵਿਚਾਰ ਸਾਂਝੇ ਕਰੋ। ਕੀ ਪੰਜਾਬ ਦੇ ਵਿੱਚ ਅਪਰ ਹਾਊਸ ਯਾਨੀ ਵਿਧਾਨ ਪ੍ਰੀਸ਼ਦ ਹੋਣਾ ਚਾਹੀਦਾ ਵਾ, ਇਹਦੇ ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਜੀ। ਗਿਲ ਨਿਰਮਲ ਸਿੰਘ ਉਹਨਾਂ ਦਾ ਕਮੈਂਟ ਫੇਸਬੁੱਕ ਦੇ ਉੱਪਰ ਆਇਆ ਵਾ, ਉਹ ਕਹਿ ਰਹੇ ਨੇ ਪੰਜਾਬ ਤੋਂ ਭੇਜੇ ਰਾਜ ਸਭਾ ਦੇ ਮੈਂਬਰਾਂ ਦੀ ਤਰ੍ਹਾਂ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਦਿੱਲੀ ਤੋਂ ਹੀ ਆਉਣਗੇ ਤੇ ਕਰਜ਼ਾ ਪੰਜਾਬ ਸਿਰ ਚੜੇਗਾ, ਇਸ ਚਿੱਟੇ ਹਾਥੀ ਤੋਂ ਬਚਾ ਲਓ ਪੰਜਾਬ ਨੂੰ। ਇਹ ਗਿਲ ਨਿਰਮਲ ਸਿੰਘ ਦਾ ਕਮੈਂਟ ਹੈ। ਮੇਰੇ ਨਿੱਜੀ ਫੇਸਬੁੱਕ ਪੇਜ ਦੇ ਉੱਪਰ ਮਿਸਕੀ ਗੁਪਤਾ ਨੇ ਇੱਕ ਸਵਾਲ ਪੁੱਛਿਆ ਵਾ, ਮੈਂ ਉਹਦਾ ਜਵਾਬ ਦੇਣਾ ਚਾਹੁੰਦਾ। ਬੜਾ ਦਿਲਚਸਪ ਸਵਾਲ ਹੈ। ਉਹ ਕਹਿ ਰਹੇ ਨੇ ਕਿ ਵਿਧਾਨ ਪ੍ਰੀਸ਼ਦ ਹੁੰਦੀ ਸੀ ਪੰਜਾਬ ਦੇ ਵਿੱਚ, ਉਹਨੂੰ ਫਿਰ 1970 ਦੇ ਵਿੱਚ ਖਤਮ ਕਿਉਂ ਕੀਤਾ ਗਿਆ। ਇਹ ਬਿਲਕੁਲ ਸਹੀ ਆ, ਪੰਜਾਬ ਦੇ ਵਿੱਚ ਵਿਧਾਨ ਪ੍ਰੀਸ਼ਦ ਹੁੰਦੀ ਸੀ, 51 ਮੈਂਬਰ ਉਹਦੇ ਹੁੰਦੇ ਸੀ। ਫਿਰ ਜਦੋਂ ਪੰਜਾਬ ਦੀ ਵੰਡ ਹੋਈ 1966 ਦੇ ਵਿੱਚ ਤੇ 40 ਮੈਂਬਰ ਰਹਿ ਗਏ, ਬਾਕੀ 11 ਮੈਂਬਰ ਹਰਿਆਣਾ ਚਲੇ ਗਏ। ਤੇ 1970 ਦੇ ਵਿੱਚ ਜਦੋਂ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਸੀ, ਅਕਾਲੀ ਦਲ ਦੀ ਸਰਕਾਰ ਸੀ, ਫਿਰ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਗਿਰ ਗਈ ਔਰ ਫਿਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। ਉਸ ਵੇਲੇ ਇਹਨੂੰ ਖਤਮ ਕਰ ਦਿੱਤਾ ਗਿਆ ਸੀ। ਉਹਦੇ ਦੋ ਕਾਰਨ ਸਨ। ਇੱਕ ਤੇ ਕੁਝ ਉਹਦੇ 'ਚ ਮੈਂਬਰ ਇਹੋ ਜਿਹੇ ਸਨ ਜਿਨ੍ਹਾਂ ਦੀ ਅਕਾਲੀ ਸਰਕਾਰ ਨਾਲ, ਪ੍ਰਕਾਸ਼ ਸਿੰਘ ਬਾਦਲ ਨਾਲ ਬਣਦੀ ਨਹੀਂ ਸੀ। ਉਹਨਾਂ ਦੀ ਮੈਂਬਰਸ਼ਿਪ ਖਤਮ ਕਰਨ ਵਾਸਤੇ ਇਹ ਕਦਮ ਉਸ ਵੇਲੇ ਚੁੱਕਿਆ ਗਿਆ ਸੀ। ਔਰ ਵੈਸੇ ਵੀ ਜਿਹੜੀ ਵਿਧਾਨ ਪ੍ਰੀਸ਼ਦ ਪੰਜਾਬ ਦੇ ਵਿੱਚ ਉਸ ਵੇਲੇ 1970 ਦੇ ਵਿੱਚ ਸੀ, ਉਹਦੇ 'ਚ ਜ਼ਿਆਦਾ ਕਾਂਗਰਸ ਦੇ ਮੈਂਬਰ ਸਨ, ਇਸ ਕਰਕੇ ਉਹ ਫੈਸਲਾ ਲਿਆ ਗਿਆ। ਪਰ ਮੇਰੇ ਹਿਸਾਬ ਦੇ ਨਾਲ ਉਹਨੂੰ ਹੋਰ ਚੰਗੇ ਮੈਂਬਰ ਉੱਥੇ ਨਿਯੁਕਤ ਕਰਨ ਦੀ ਲੋੜ ਸੀ, ਨਾ ਕਿ ਇਹਨੂੰ ਖਤਮ ਕਰਨ ਦੀ। ਇੱਕ ਚੰਗੀ ਸੰਸਥਾ ਸੀ, ਉਹਦੇ 'ਚ ਸੁਧਾਰ ਲਿਆਉਣ ਦੀ ਲੋੜ ਸੀ, ਨਾ ਕਿ ਉਹਨੂੰ ਖਤਮ ਕਰਨ ਦੀ। ਇਹ ਮੇਰਾ ਮੰਨਣਾ। ਹਰਮੇਸ਼ ਸਿੰਘ ਹੋਥੀ ਦਾ ਕਮੈਂਟ ਫੇਸਬੁੱਕ ਦੇ ਉੱਪਰ ਆਇਆ, ਲੰਬਾ ਕਮੈਂਟ ਆ। ਉਹ ਕਹਿ ਰਹੇ ਨੇ ਇੱਕ ਹੋਰ ਟੈਕਸ ਦੇਣ ਵਾਲਿਆਂ ਤੇ ਬੋਝ ਪਵੇਗਾ, ਪੰਜਾਬ ਦੇ ਲੋਕਾਂ ਤੇ ਬੋਝ ਪਊਗਾ। ਉਹ ਕਹਿ ਰਹੇ ਨੇ ਮੌਜੂਦਾ ਸਰਕਾਰਾਂ ਫੰਡ ਇਕੱਠੇ ਕਰਨ ਲਈ ਆਪਣੇ ਚਮਚਿਆਂ ਨੂੰ ਮੈਂਬਰ ਨਿਯੁਕਤ ਕਰੇਗੀ। ਅਗਰ ਪੰਜਾਬ ਦਾ ਇੰਡੀਆ ਨੂੰ ਲੋੜ ਹੈ ਤਾਂ ਇਮਾਨਦਾਰ ਵੋਟਰ ਅਤੇ ਇਮਾਨਦਾਰ MLA ਅਤੇ MP ਦੀ ਲੋੜ ਹੈ। ਹੇਠਲੀ ਅਫਸਰਸ਼ਾਹੀ ਆਪੇ ਹੀ ਲਾਈਨ ਤੇ ਆਵੇਗੀ। ਪਰਮਾਤਮਾ ਕਰੇ ਪੰਜਾਬ ਵਿੱਚ ਇਮਾਨਦਾਰ ਸਰਕਾਰ ਆਵੇ, ਤਾਂ ਹੀ ਅਸੀਂ ਕਰੋੜਾਂ ਡਾਲਰ ਅਤੇ ਪੌਂਡ ਅਤੇ ਯੂਰੋ ਲੈ ਕੇ ਵਾਪਸ ਘਰ ਵਾਪਸੀ ਕਰੀਏ। ਹਰਮੇਸ਼ ਸਿੰਘ ਹੇਠੀ ਉਹਨਾਂ ਦਾ ਕਮੈਂਟ ਹੈ। ਇਹ ਠੀਕ ਹੈ ਗੱਲ, ਅਫਸਰਸ਼ਾਹੀ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਆ। ਇਸ ਵੇਲੇ ਵੀ ਬਹੁਤ ਸਾਰੇ ਆਫਿਸਰਸ ਜਿਹੜੇ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਨਾ ਕੋਈ ਅਹੁਦਾ ਮਿਲਦਾ ਰਹਿੰਦਾ ਵਾ। ਸੋ ਇਸੇ ਤਰ੍ਹਾਂ ਇਹ ਇੱਕ ਸਿਆਸੀ ਲੀਡਰਾਂ ਦਾ ਰਿਟਾਇਰਮੈਂਟ ਤੋਂ ਬਾਅਦ, ਜਾਂ ਜੇ ਉਹ ਚੋਣ ਨਹੀਂ ਜਿੱਤ ਸਕਦੇ ਜਾਂ ਚੋਣ ਨਹੀਂ ਲੜਨਾ ਚਾਹੁੰਦੇ, ਉਹਨਾਂ ਵਾਸਤੇ ਇੱਕ ਅੱਡਾ ਬਣ ਜਾਊਗਾ। ਆਈਡੀਆ ਚੰਗਾ ਵਾ ਵਿਧਾਨ ਪ੍ਰੀਸ਼ਦ ਦਾ, ਲੇਕਿਨ ਜੋ ਸਿਸਟਮ ਬਣਿਆ ਵਾ ਸਾਡੇ ਮੁਲਕ ਦੇ ਵਿੱਚ, ਉਹਦੇ 'ਚ ਮੇਰੇ ਖਿਆਲ ਇਹ ਲੋਕਾਂ ਨੂੰ ਐਡਜਸਟ ਕੀਤਾ ਜਾਊ, ਆਪਣੇ ਚਹੇਤਿਆਂ ਨੂੰ ਐਡਜਸਟ ਕੀਤਾ ਜਾਊ। ਜਿਹੜੇ ਮਾਹਰ ਨੇ, ਇਕੋਨੋਮਿਸਟ ਨੇ, ਜਾਂ ਕਿਸੇ ਨਾ ਕਿਸੇ ਫੀਲਡ ਦੇ ਸਪੈਸ਼ਲਿਸਟ ਨੇ, ਉਹਨਾਂ ਨੂੰ ਐਡਜਸਟ ਸ਼ਾਇਦ ਨਹੀਂ ਕੀਤਾ ਜਾਊਗਾ। ਜੋ ਬਾਕੀ ਸਟੇਟਾਂ 'ਚ ਵੇਖਿਆ ਔਰ ਜੋ ਆਪਾਂ ਦੇਖਿਆ ਵਾ ਰਾਜ ਸਭਾ ਦੇ ਵਿੱਚ, ਬਲਵੰਤ ਸਿੰਘ ਰਾਮੂਵਾਲੀਆ ਪੰਜਾਬ ਤੋਂ ਇਲੈਕਸ਼ਨ ਲੜਦੇ ਰਹੇ ਆ, ਪੰਜਾਬ ਦੇ ਸਿਆਸੀ ਲੀਡਰ ਨੇ, ਲੇਕਿਨ ਉਹ UP ਦੇ ਵਿੱਚ ਉਹਨਾਂ ਨੂੰ ਉੱਥੇ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਾ ਕੇ ਉੱਥੇ ਮੰਤਰੀ ਬਣਾ ਦਿੱਤਾ ਗਿਆ ਸੀ, ਕਿਉਂਕਿ ਉਹ ਉਸ ਵੇਲੇ ਮੁਲਾਇਮ ਸਿੰਘ ਯਾਦਵ ਸਰਕਾਰ ਦੇ ਨਜ਼ਦੀਕ ਸਨ। ਸੋ ਇਹੋ ਹੀ ਕੰਮ ਬਾਕੀ ਥਾਵਾਂ 'ਤੇ ਵੀ ਹੁੰਦਾ ਵਾ। ਲਾਲ ਸਿੰਘ ਬੁਢਲਾਡਾ ਕਹਿ ਰਹੇ ਨੇ, ਮੈਂ ਫਿਰ ਕਹਿ ਦੇਵਾਂ ਕਿ ਫੋਨ ਲਾਈਨ ਇਸ ਵੇਲੇ ਖਾਲੀ ਨੇ, ਜੇ ਤੁਸੀਂ ਕਾਲ ਕਰਨਾ ਚਾਹੋ ਕਾਲ ਕਰ ਸਕਦੇ ਜੇ। ਲਾਲ ਸਿੰਘ ਬੁਢਲਾਡਾ ਦਾ ਵਿਚਾਰ ਆ ਕਿ ਭਗਵੰਤ ਮਾਨ ਕਹਿੰਦਾ ਸੀ ਸਰਕਾਰ ਸੱਥਾਂ ਵਿੱਚੋਂ ਚੱਲਿਆ ਕਰੂਗੀ, ਹੁਣ ਲੋਕਾਂ ਤੋਂ ਰਾਏ ਕਿਉਂ ਨਹੀਂ ਲੈ ਰਹੇ। ਸੋ ਲਾਲ ਸਿੰਘ ਬੁਢਲਾਡਾ ਨੇ ਇੱਕ ਬਹੁਤ ਦਿਲਚਸਪ ਸੁਜੈਸ਼ਨ ਦਿੱਤਾ ਵਾ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੇ ਜਿਹੜੇ ਪਾਲਿਸੀਜ਼ ਆ ਉਹ ਲੋਕਾਂ ਤੋਂ ਵਿਚਾਰ ਲੈ ਕੇ ਬਣਨੀਆਂ ਵਾ, ਤੇ ਫਿਰ ਇਹ ਵੀ ਕਿ ਵਿਧਾਨ ਪ੍ਰੀਸ਼ਦ ਹੋਣੀ ਚਾਹੀਦੀ ਕਿ ਨਹੀਂ, ਇਹ ਵੀ ਇੱਕ ਲੋਕਾਂ ਦੀ ਰਾਏ ਲਈ ਜਾਵੇ। ਇਹ ਲਾਲ ਸਿੰਘ ਬੁਢਲਾਡਾ ਹੋਣਾ ਦਾ ਕਮੈਂਟ ਹੈ। ਮਿਸਕੀ ਗੁਪਤਾ ਕਹਿ ਰਹੇ ਨੇ ਕੇਂਦਰ ਸਰਕਾਰ ਫੰਡ ਤਾਂ ਰਿਲੀਜ਼ ਨਹੀਂ ਕਰ ਰਹੀ, ਫਿਰ ਕੇਂਦਰ ਸਰਕਾਰ ਇਹ ਮਨਜ਼ੂਰ ਕਿਵੇਂ ਕਰੂਗੀ। ਉਹਨਾਂ ਦਾ ਖਿਆਲ ਹੈ ਕਿ ਇਹ ਨਹੀਂ ਕਰੂਗੀ। ਮੈਨੂੰ ਵੀ ਉਹੀ ਲੱਗਦਾ ਮਿਸਕੀ ਗੁਪਤਾ ਜੀ ਕਿ ਇਹਦੀ ਮਾਨਤਾ ਕੇਂਦਰ ਤੋਂ ਜਾਂ ਸੰਸਦ ਤੋਂ ਨਹੀਂ ਮਿਲ ਸਕਣੀ, ਜਿਵੇਂ ਅੱਗੇ 2 ਵਾਰੀ ਹੋਇਆ। ਰਜਿੰਦਰਜੀਤ ਸਿੰਘ ਸੀਰਾ ਕਹਿ ਰਹੇ ਨੇ ਕਿ ਆਈਡੀਆ ਚੰਗਾ ਵਾ, ਪਰ ਇਹਦਾ ਦੁਰਉਪਯੋਗ ਹੋ ਰਿਹਾ ਵਾ, ਪੰਜਾਬ 'ਚ ਵੀ ਹੋਊਗਾ ਔਰ ਇਸ ਕਰਕੇ ਸ਼ਾਇਦ ਇਹਦੀ ਲੋੜ ਨਹੀਂ। ਮੈਂ ਦੱਸ ਦੇਵਾਂ ਕਿ ਇਸ ਵੇਲੇ 6 ਸਟੇਟਾਂ ਦੇ ਵਿੱਚ ਵਿਧਾਨ ਪ੍ਰੀਸ਼ਦ ਸਥਾਪਿਤ ਹੋਈ ਆ। ਪਹਿਲਾਂ ਪੰਜਾਬ 'ਚ ਵੀ ਹੁੰਦੀ ਸੀ, ਹੋਰ ਵੀ ਕਈ ਸਟੇਟਾਂ 'ਚ ਸੀ। ਕਈ ਸਟੇਟਾਂ ਨੇ ਫਿਰ ਉਹਨੂੰ ਹੌਲੀ ਹੌਲੀ ਅਬਾਲਿਸ਼ ਕਰਤਾ। ਜਿਹੜੇ 6 ਸਟੇਟਾਂ ਦੇ ਵਿੱਚ ਇਸ ਵੇਲੇ ਵਿਧਾਨ ਪ੍ਰੀਸ਼ਦ ਮੌਜੂਦ ਹੈ, ਇਹ ਸਦਨ ਇਸ ਵੇਲੇ ਐਗਜ਼ਿਸਟੈਂਸ ਦੇ ਵਿੱਚ ਹੈ, ਉਹ ਨੇ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕਾ, ਤੇਲੰਗਾਨਾ, ਬਿਹਾਰ ਤੇ ਮਹਾਰਾਸ਼ਟਰ। ਪੰਜਾਬ ਦੇ ਵਿੱਚ 1970 'ਚ ਇਹਨੂੰ ਖਤਮ ਕਰ ਦਿੱਤਾ ਗਿਆ ਸੀ ਔਰ 2 ਵਾਰੀ ਉਸ ਤੋਂ ਬਾਅਦ ਕੋਸ਼ਿਸ਼ ਹੋਈ, ਗਿਆਨੀ ਜ਼ੈਲ ਸਿੰਘ ਵੇਲੇ 1976 ਦੇ ਵਿੱਚ, ਔਰ
ਉਸ ਵੇਲੇ ਇਹਦੀ ਪੋਸੀਬਿਲਿਟੀ ਸੀ ਕਿ ਕੇਂਦਰ ਤੋਂ ਇਹਦੀ ਮਾਨਤਾ ਮਿਲ ਜੂਗੀ, ਕਿਉਂਕਿ ਉਸ ਵੇਲੇ ਕੇਂਦਰ ਦੇ ਵਿੱਚ ਵੀ ਕਾਂਗਰਸ ਸਰਕਾਰ ਹੀ ਸੀ। ਲੇਕਿਨ ਜਦੋਂ ਤੱਕ ਉੱਥੋਂ ਮਾਨਤਾ ਮਿਲਣੀ ਸੀ, ਉਸ ਤੋਂ ਬਾਅਦ ਫਿਰ ਐਮਰਜੈਂਸੀ ਲੱਗ ਗਈ ਔਰ ਮਸਲਾ ਵਿੱਚੇ ਰਹਿ ਗਿਆ। 1993 ਦੇ ਵਿੱਚ ਬੇਅੰਤ ਸਿੰਘ ਉਹਨਾਂ ਦੀ ਜਦੋਂ ਸਰਕਾਰ ਸੀ, ਉਦੋਂ ਵੀ ਪੰਜਾਬ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਕਿ ਵਿਧਾਨ ਪ੍ਰੀਸ਼ਦ ਦੀ ਸਥਾਪਨਾ ਹੋਵੇ, ਲੇਕਿਨ ਉਹ ਫਿਰ ਸਥਾਪਨਾ ਨਹੀਂ ਹੋ ਸਕੀ। ਮੀਨਵੈਲ ਗੁਰਪ੍ਰੀਤ ਸੇਖੋਂ ਬੰਟੂ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਇਹਦੀ ਲੋੜ ਨਹੀਂ, ਇਹ ਉਹਨਾਂ ਦਾ ਵਿਚਾਰ ਆ। ਮੈਂ ਫਿਰ ਦੱਸ ਦਵਾਂ, ਅੱਜ ਦਾ ਮਸਲਾ ਜਿਹੜਾ ਵਾ ਬੜਾ ਦਿਲਚਸਪ ਮਸਲਾ ਵਾ, ਔਰ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਜੇ। ਫੋਨ ਲਾਈਨਸ ਇਸ ਵੇਲੇ ਖਾਲੀ ਨੇ, ਔਰ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਮੀਡੀਆ ਦੇ ਵਿੱਚ ਕੁਝ ਰਿਪੋਰਟਸ ਆਈਆਂ ਵਾ ਕਿ ਪੰਜਾਬ ਸਰਕਾਰ, ਭਗਵੰਤ ਮਾਨ ਸਰਕਾਰ ਜਿਹੜੀ ਆ, ਉਹ ਵਿਧਾਨ ਪ੍ਰੀਸ਼ਦ ਦੀ ਦੁਬਾਰਾ ਤੋਂ ਮੁੜ ਬਹਾਲੀ ਤੋਂ ਦੇ ਰੌਂ ਦੇ ਵਿੱਚ ਆ। ਉਹ ਚਾਹੁੰਦੇ ਨੇ ਕਿ ਇਸ ਨੂੰ ਮੁੜ ਬਹਾਲ ਕੀਤਾ ਜਾਵੇ। ਮੀਨਵਾਈਲ ਸਤਿੰਦਰ ਮਾਹਲ ਹੁਣਾਂ ਦਾ ਕਮੈਂਟ ਫੇਸਬੁੱਕ ਦੇ ਉੱਪਰ ਆਇਆ ਵਾ। ਉਹ ਕਹਿ ਰਹੇ ਨੇ, ਮੈਂ ਖਿਲਾਫ ਨਹੀਂ ਵਿਧਾਨ ਪ੍ਰੀਸ਼ਦ ਦੇ, ਪਰ ਇਹਨਾਂ ਨੇ ਮਾਹਰ ਲੋਕ ਥੋੜ੍ਹਾ ਭੇਜਣੇ ਨੇ, ਵਿਧਾਨ ਪ੍ਰੀਸ਼ਦ 'ਚ ਆਪਣੇ ਚਹੇਤੇ ਭੇਜਣੇ ਨੇ ਜਿਹੜੇ ਉਹਨਾਂ ਦੇ ਖਿਲਾਫ ਹੈ ਜੀ। ਨਹੀਂ, ਚਹੇਤੇ ਭੇਜਣੇ ਆ, ਫਿਰ ਦੋਵੇਂ ਗੱਲਾਂ ਤੁਸੀਂ ਕਰ ਗਏ, ਖਿਲਾਫ ਨਹੀਂ, ਆਪਣੇ ਚਹੇਤੇ ਭੇਜਣੇ ਆ, ਮੇਰਾ ਇਹ ਮੰਨਣਾ। ਇੱਥੇ ਮੈਂ ਆਪਣਾ ਵਿਚਾਰ ਵੀ ਦੂਰ ਦੇਣਾ ਚਾਹੁੰਦਾ, ਇਸ ਤੋਂ ਪਹਿਲਾਂ ਵੀ ਅਗਲੀ ਕਾਲ ਆਵੇ, ਕਿ ਇਹ ਆਈਡੀਆ ਤਾਂ ਹੈ ਚੰਗਾ। ਇਸੇ ਹੀ ਮਨਸ਼ਾ ਦੇ ਨਾਲ ਜਦੋਂ ਕੌਂਸਟੀਟਿਊਂਟ ਅਸੈਂਬਲੀ ਬਣੀ 1949 ਦੇ ਵਿੱਚ, ਉਹਨਾਂ ਨੇ ਸੁਝਾਅ ਦਿੱਤਾ ਸੀ ਕਿ ਜਿਵੇਂ UK ਦੇ ਵਿੱਚ ਹਾਊਸ ਆਫ ਕਾਮਨਸ ਆ ਅਤੇ ਹਾਊਸ ਆਫ ਲਾਰਡਸ ਆ, ਉਸੇ ਤਰ੍ਹਾਂ ਪੰਜਾਬ ਦੇ ਮੁਲਕ ਦੇ ਵਿੱਚ ਵੀ ਲੋਕ ਸਭਾ ਅਤੇ ਫਿਰ ਰਾਜ ਸਭਾ ਸਥਾਪਿਤ ਕੀਤੀ ਗਈ। ਔਰ ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰਸ ਨੇ, ਉਹ ਲੋਕ ਸਭਾ ਦੇ ਮੈਂਬਰ ਅਤੇ ਸਟੇਟਾਂ ਦੀਆਂ ਜਿਹੜੀਆਂ ਅਸੈਂਬਲੀਜ਼ ਆ, ਉਹਨਾਂ ਦੇ ਮੈਂਬਰਸ ਦੀ ਵੋਟਿੰਗ ਦੇ ਨਾਲ ਰਾਜ ਸਭਾ ਦੇ ਮੈਂਬਰ ਚੁਣੇ ਜਾਂਦੇ ਨੇ। ਪਰ ਓਬਵੀਅਸਲੀ ਜਿਹਦੀ ਮੈਜੋਰਿਟੀ ਹੁੰਦੀ ਆ ਸਟੇਟਾਂ ਦੇ ਵਿੱਚ, ਉਹਨਾਂ ਦੇ ਮੈਂਬਰ ਹੀ ਚੁਣੇ ਜਾਂਦੇ ਨੇ, ਕਿਉਂਕਿ ਸੀਟਾਂ ਵੰਡੀਆਂ ਹੁੰਦੀਆਂ ਹਰ ਸਟੇਟ ਨੂੰ। ਜਿਵੇਂ ਪੰਜਾਬ ਦੇ ਵਿੱਚ ਪਿੱਛੇ ਜੇ ਪਹਿਲਾਂ 4 ਮੈਂਬਰ ਅਤੇ ਫਿਰ 2 ਹੋਰ ਮੈਂਬਰ ਜਿਹੜੇ ਨੇ ਉਹ ਚੁਣ ਕੇ ਦਿੱਲੀ ਦੇ ਵਿੱਚ ਪਹੁੰਚੇ ਨੇ। ਇਸ ਵੇਲੇ ਸਾਰੇ ਜਿਹੜੇ ਰਾਜ ਸਭਾ ਦੇ ਪੰਜਾਬ ਤੋਂ ਮੈਂਬਰ ਨੇ, ਉਹ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹੀ ਪਿਛਲੇ 2 ਸਾਲਾਂ 'ਚ ਚੁਣੇ ਗਏ ਨੇ। ਸੋ ਇਸ ਕਰਕੇ ਇਹਦੇ 'ਚ ਓਬਵੀਅਸਲੀ ਜਿਹੜੀ ਮੈਜੋਰਿਟੀ ਪਾਰਟੀ ਹੁੰਦੀ ਆ, ਉਹੀ ਆਪਣੇ ਮੈਂਬਰ ਨੋਮੀਨੇਟ ਉਹੀ ਮੈਂਬਰ ਸਿਲੈਕਟ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ। ਕੁਝ ਮੈਂਬਰ ਰਾਜ ਸਭਾ ਦੇ ਵਿੱਚ ਨੋਮੀਨੇਟ ਵੀ ਹੁੰਦੇ ਆ। ਉਹਦੇ 'ਚ ਕੋਈ ਆਰਟਿਸਟ ਹੋ ਸਕਦੇ ਆ, ਕਲਾਕਾਰ ਹੋ ਸਕਦੇ ਆ, ਚੰਗੇ ਪਲੇਅਰ ਹੋ ਸਕਦੇ ਆ, ਜਿਨ੍ਹਾਂ ਨੇ ਕਿਸੇ ਨਾ ਕਿਸੇ ਵੱਡੀ ਫੀਲਡ ਦੇ ਜਿਨ੍ਹਾਂ ਦਾ ਵੱਡਾ ਹੀ ਯੋਗਦਾਨ ਹੈ। ਪਲੇਅਰ ਵੀ ਤੁਹਾਨੂੰ ਪਤਾ ਹੀ ਆ, ਕਈ ਵਾਰ ਬਹੁਤ ਸਿਲੈਕਟ ਹੋਏ ਨੇ, ਸਚਿਨ ਤੰਦੂਲਕਰ ਵਗੈਰਾ ਵਗੈਰਾ। ਸੋ ਉਸੇ ਤਰ੍ਹਾਂ 'ਤੇ ਪੰਜਾਬ ਨੇ ਵੀ ਹਰਭਜਨ ਸਿੰਘ ਨੂੰ ਉੱਥੇ ਭੇਜਿਆ ਵਾ, ਲੇਕਿਨ ਉਹਨਾਂ ਦੀ ਉੱਥੇ ਕਿੰਨੀ ਕੁ ਯੋਗਦਾਨ ਰਹੀ ਜਾਂ ਇਹਨਾਂ ਸਾਰਿਆਂ ਦੀ ਕਿੰਨੀ ਕੁ ਯੋਗਦਾਨ ਆ, ਇਹਦੇ 'ਤੇ ਮੈਂ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ, ਤੁਸੀਂ ਆਪੇ ਅੰਦਾਜ਼ਾ ਲਾ ਲਓ। ਬਹੁਤ ਸਾਰੇ ਐਕਟਰ ਵੀ ਮੈਂਬਰ ਉੱਥੇ ਰਹੇ ਨੇ, ਔਰ ਕਈਆਂ ਨੇ ਤਾਂ ਕਦੀ ਉੱਥੇ ਰਾਜ ਸਭਾ ਜਿਹੜਾ ਵਾ ਉਹਦੇ ਸੈਸ਼ਨ ਅਟੈਂਡ ਹੀ ਨਹੀਂ ਕੀਤੇ। ਮਿਸਕੀ ਗੁਪਤਾ ਕਹਿ ਰਹੇ ਨੇ ਕਿ ਸਿਆਸੀ ਲੀਡਰ, IAS ਅਫਸਰ, IPS ਅਫਸਰ, ਉਦਯੋਗਪਤੀ, ਇਹ ਸਾਰੇ ਮਿਲ ਕੇ ਇਹ ਸਾਰੇ ਭ੍ਰਿਸ਼ਟਾਚਾਰ ਨੂੰ ਵਧਾਵਾ ਦਿੰਦੇ ਨੇ। ਇਹ ਮਿਸਕੀ ਗੁਪਤਾ ਦਾ ਕਮੈਂਟ ਹੈ। ਰਜਿੰਦਰਜੀਤ ਸਿੰਘ ਸੀਰਾ ਕਹਿ ਰਹੇ ਨੇ ਕਿ ਇਸ ਸਿਸਟਮ ਦਾ ਕੋਈ ਟਰੈਕ ਰਿਕਾਰਡ ਹੈ ਜਿਹੜੀਆਂ ਸਟੇਟਾਂ ਦੇ ਵਿੱਚ ਹੈ। ਸੀਰਾ ਸਾਹਿਬ, ਬਹੁਤਾ ਟਰੈਕ ਰਿਕਾਰਡ ਤੇ ਮੈਨੂੰ ਨਹੀਂ ਪਤਾ, ਲੇਕਿਨ ਦੁਰਉਪਯੋਗ ਹਰ ਥਾਂ ਤੇ ਹੁੰਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਹਟਿਆ ਵਾਂ ਬਲਵੰਤ ਸਿੰਘ ਰਾਮੂਵਾਲੀਆ ਹੋਣਾ ਦਾ। ਹਾਲਾਂਕਿ ਉਹਨਾਂ ਦੀ ਪੰਜਾਬ 'ਚ ਯੋਗਦਾਨ ਹੈ, ਲੇਕਿਨ UP 'ਚ ਉਹਨਾਂ ਦਾ ਕੀ ਯੋਗਦਾਨ ਹੈ? ਬਿਹਾਰ 'ਚ ਕਾਲਜ ਚਲਾਉਂਦੇ ਨੇ, ਲੇਕਿਨ UP 'ਚ ਉਹਨਾਂ ਦਾ ਕੀ ਯੋਗਦਾਨ ਹੈ? ਸੋ ਬਹੁਤੇ ਥਾਵਾਂ ਤੇ ਮੇਰੇ ਖਿਆਲ ਇਹਦਾ ਵੀ ਦੁਰਉਪਯੋਗ ਹੀ ਹੋ ਰਿਹਾ, ਜਿਵੇਂ ਰਾਜ ਸਭਾ 'ਚ ਹੋ ਰਿਹਾ। ਇਹ ਕਾਲਰ ਜੁੜ ਗਏ ਨੇ, ਦੇਖਦੇ ਕੀ ਕਹਿੰਦੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੈਂ ਕੰਨ ਅਵਤਾਰ ਸਿੰਘ ਬੋਲ ਰਿਹਾ ਜੀ। ਕੰਨ ਸਾਹਿਬ, upper houses were created for experts ਜੀ, ਤਾਂ ਜੋ ਆਪਣੀ ਉਹ ਐਕਸਪਰਟ ਓਪੀਨੀਅਨ ਜਿਹੜੀ ਨੇ ਉਹ ਦੇ ਸਕਣ। ਸ਼ੋਰ, ਉਸ ਦੇ ਵਿੱਚ ਐਕਸਪਰਟ ਡੋਮੀਨੇਟ ਹੋ ਕੇ ਆਉਂਦੇ ਸਨ ਜੀ। and it is very important and I'm very glad that Punjab is going to have its upper house. ਠੀਕ ਹੈ ਜੀ। It's a good move. But as long as they make sure that the people who are nominated for the upper house are the people who are experts in their own fields, so that they can bring in that knowledge onto the legislation being done by the lower house. That was the purpose of the upper house.
ਉਹ ਪਰਪਸ ਤੇ ਹੈ ਜੀ, ਪਰ ਇਹ ਦੱਸੋ ਕਰਨ ਅਵਤਾਰ ਸਿੰਘ ਜੀ, ਇਹਨੂੰ ਇਨਸ਼ੋਰ ਕਿਵੇਂ ਕਰਾਂਗੇ ਕਿ ਐਕਸਪਰਟਸ ਹੀ ਉੱਥੇ ਨੋਮੀਨੇਟ ਹੋਣਗੇ ਜਾਂ ਉੱਥੇ ਮੈਂਬਰ ਬਣਾਏ ਜਾਣਗੇ? ਇਹਦੇ ਦੇਖੋ ਜੀ, ਉਹ ਤੇ ਫਿਰ ਜਿਹੜੇ ਜਿਹਨੂੰ ਕਹਿੰਦੇ ਨਾ ਵੀ ਜਿਹੜੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਨੋਮੀਨੇਟ ਕਰਨਾ ਹੈ, they are the people who should make sure that they only send people who are experts in their field. ਪਰ ਉਹਦੇ 'ਚ ਇੱਕ ਦਿੱਕਤ ਨਹੀਂ ਆ ਜੂਗੀ, ਇੱਕ ਕਰਨ ਅਵਤਾਰ ਸਿੰਘ ਜੀ ਦਿੱਕਤ ਨਹੀਂ ਆ ਜੂਗੀ ਵੀ ਕਿਉਂਕਿ ਉਹਨਾਂ ਦੀ ਟੈਨਿਓਰ 6 ਸਾਲ ਦੀ ਹੁੰਦੀ ਆ, ਚੁਣੀ ਹੋਈ ਸਰਕਾਰ ਬਦਲ ਜੂਗੀ, ਲੇਕਿਨ ਇਹ ਮੈਂਬਰ ਜਿਹੜੇ ਨੇ ਇਹ ਵਿਧਾਨ ਪਰਿਸ਼ਦ ਦੇ ਮੈਂਬਰ ਰਹਿਣਗੇ ਔਰ ਬਹੁਤ ਸਾਰੇ ਬਿੱਲਸ ਨੂੰ ਇਹ ਰੋਕ ਸਕਣਗੇ, ਕੀਤੇ ਗਏ ਸਨ to have continuity and it's a good thing, ਤਾਂ ਜੋ ਇਹ ਜਿਹਨੂੰ ਕਹਿੰਦੇ ਹਰ ਰੋਜ਼ ਦੇ ਚਲਾਵੇ ਦੇ ਵਿੱਚ ਨਾ ਪੈਣ। ਓਕੇ, it was a good idea to have it for 6 years. Okay. Only thing is our problem is ਕਿ ਸਾਡੇ ਜਿਹੜੇ ਨੇ they don't understand the purpose why something was created. ਨਹੀਂ, ਉਹ ਤੇ ਠੀਕ ਹੈ, ਪਰ ਇਹਦੇ ਨਾਲ ਬਹੁਤ ਸਾਰੇ ਬਿੱਲ ਜਿਹੜੇ ਸਰਕਾਰਾਂ ਚੁਣੇ ਹੋਏ ਨੁਮਾਇੰਦੇ ਪਾਸ ਕਰਨਗੇ ਉਹ ਅੜਜਾ ਕਰਨਗੇ ਜਾ ਕੇ ਵਿਧਾਨ ਪਰਿਸ਼ਦ 'ਚੋਂ, ਪਾਸ ਹੀ ਨਹੀਂ ਹੋਣਗੇ ਉੱਥੇ। ਮੈਂ ਹੁਣ ਇਸ ਦੇ ਉੱਤੇ ਕੀ ਕਹਾਂ, ਕਿਉਂਕਿ ਜੋ ਲੋਅਰ ਹਾਊਸ ਪਾਸ ਕਰਦਾ ਹੈ ਉਹ ਫਾਈਨਲ ਹੁੰਦਾ ਫਾਈਨੈਂਸ ਦੇ ਕੇਸ ਦੇ। ਨਹੀਂ, ਪਰ ਇਸ ਕੇਸ ਫਿਰ ਫਾਈਨਲ ਨਹੀਂ ਨਾ ਹੋਊਗਾ। ਹੁਣ ਵੀ ਜੋ ਲੋਕ ਸਭਾ ਦੇ ਵਿੱਚੋਂ ਬਿੱਲ ਪਾਸ ਹੁੰਦੇ, ਰਾਜ ਸਭਾ 'ਚ ਕਈ ਵਾਰ ਅੜ ਜਾਂਦੇ, ਜੋ ਉੱਥੇ ਮੈਜੋਰਿਟੀ ਨਾ ਹੋਵੇ ਸਰਕਾਰ ਦੀ। ਇਸੇ ਕਰਕੇ ਉਹ ਐਕਸਪਰਟ ਓਪੀਨੀਅਨ ਅਵੇਲੇਬਲ ਹੁੰਦੀ ਹੈ ਤਾਂ ਜੋ ਨਾਨ ਫਾਈਨੈਂਸ ਬਿੱਲ ਲੋਅਰ ਹਾਊਸ ਪਾਸ ਕਰਦਾ ਹੈ, ਉਹ ਐਕਸਪਰਟ ਓਪੀਨੀਅਨ ਉਸ ਨੂੰ ਚੈੱਕ ਕਰ ਸਕਣ, ਚੈੱਕ ਕਰਕੇ ਦੱਸ ਸਕਣ ਵੀ ਇਹਨਾਂ ਦੇ ਵਿੱਚ ਇਹ ਕਮੀ ਹੈ, ਇਹ ਗਲਤੀ ਹੈ, ਇਹ ਠੀਕ ਕਰਨੀ ਚਾਹੀਦੀ ਹੈ, ਐਡਵਾਈਜ਼ ਕਰਨਾ ਚਾਹੀਦਾ। ਸੋ ਚੰਗਾ ਸੁਝਾਅ ਹੈ ਜੇ ਇਹਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕੀਤਾ ਜਾਵੇ, ਤੁਹਾਡਾ ਇਹ ਕਹਿਣਾ ਵਾ? ਇਹ ਤੇ ਹੈ ਹੀ ਹੈ। ਦੇਖੋ, ਕੋਈ ਚੀਜ਼ ਵੀ ਤੁਸੀਂ ਬਣਾ ਸਕਦੇ ਹੋ, ਪਰ ਇਟਸ ਐਫੀਸ਼ੀਐਂਸੀ and effectiveness depends on how it is interpreted and how it is implemented. ਇਹ ਦੱਸੋ ਕਰਨ ਅਵਤਾਰ ਸਿੰਘ ਜੀ, ਤੁਸੀਂ ਹਰ ਫੀਲਡ ਦੇ ਵਿੱਚ ਹੈ। ਤੁਸੀਂ ਕਿੱਥੇ ਰਹਿੰਦੇ ਜੇ, ਕੈਨੇਡਾ ਜਾਂ ਅਮਰੀਕਾ? ਮੈਂ ਕੈਨੇਡਾ ਦੇ ਵਿੱਚ ਆ ਜੀ। ਤੇ ਕੈਨੇਡਾ ਦੇ ਵਿੱਚ ਕੀ ਇੱਥੇ ਮੇਰੇ ਖਿਆਲ ਸੈਨੇਟ ਆ, ਸੈਨੇਟ ਦਾ ਕਿੰਨਾ ਕੁ ਰੋਲ ਹੈ ਇੱਥੇ, ਤੁਹਾਡੀ ਕੀ ਜਾਣਕਾਰੀ ਆ? ਕਹਿੰਦੇ ਮਨ ਸਮਝ ਨਹੀਂ ਆਈ ਕੀ ਆਖਿਆ ਜੇ? ਮੈਂ ਕਿਹਾ ਕੈਨੇਡਾ ਦੇ ਵਿੱਚ ਵੀ ਮੇਰੇ ਖਿਆਲ ਸੈਨੇਟਰ ਵੀ ਹੈਗੇ ਇੱਥੇ, ਹਾਊਸ ਆਫ ਕਾਮਨਸ ਤੋਂ ਇਲਾਵਾ ਸੈਨੇਟਰਸ ਦਾ ਕੈਨੇਡਾ 'ਚ ਕਿੰਨਾ ਕੁ ਰੋਲ ਹੈ? ਨਹੀਂ, ਸਾਡਾ ਇੱਕੋ ਲੋਅਰ ਹਾਊਸ ਹੀ ਹੈ, ਅਪਰ ਹਾਊਸ ਕੋਈ ਨਹੀਂਗਾ। ਨਹੀਂ, ਸੈਨੇਟ ਹੈ ਨਹੀਂ ਇੱਥੇ ਨਾ। ਅੱਛਾ, ਓਕੇ, ਮੇਰੀ ਜਾਣਕਾਰੀ ਹੈ ਕਿ ਸ਼ਾਇਦ ਸੈਨੇਟ ਹੈ, ਪਰ ਚਲੋ ਤੁਸੀਂ ਜੇ ਕਹਿ ਰਹੇ ਜੇ ਸ਼ਾਇਦ ਤੁਹਾਨੂੰ ਜ਼ਿਆਦਾ ਪਤਾ ਹੋ, ਮਿਹਰਬਾਨੀ। ਨਹੀਂ, ਮੈਂ ਚੈੱਕ ਵੀ ਕਰ ਲਾਂਗਾ। ਦੇਖੋ, ਮੋਰ ਦੈਨ 90 ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰ ਉੱਥੇ ਸਾਡੇ ਇੱਥੇ ਫੋਰਚੂਨੇਟਲੀ ਕੇਸ 'ਚ 2-3 ਚੀਜ਼ਾਂ ਨੇ। ਇੱਕ ਤੇ ਸਾਡਾ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਦਿਨ 'ਚ ਘੱਟ ਤੋਂ ਘੱਟ 4 ਵਾਰੀ ਜਿਹੜੇ ਪੇਪਰ ਦੇ ਨਿਊਜ਼ ਪੇਪਰ ਦੇ ਹੁੰਦੇ ਨੇ ਉਹਨਾਂ ਦਾ ਸਾਹਮਣਾ ਕਰਦਾ ਹੈ। ਉਹ ਹਰ ਚੀਜ਼ ਦੇ ਉੱਤੇ, ਹਰ ਟੌਪਿਕ ਦੇ ਉੱਤੇ ਸਵਾਲ ਪੁੱਛਦੇ ਰਹਿੰਦੇ ਨੇ। ਥੈਂਕ ਯੂ ਭਾਈ ਸਾਹਿਬ, ਥੈਂਕ ਯੂ, ਬਹੁਤ ਮਿਹਰਬਾਨੀ। ਵਿਲ ਟੇਕ ਦ ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਗੁਰਿੰਦਰ ਗਿੱਲ ਜੀ। ਹਾਂਜੀ, ਵੈਸੇ ਵੀਰ ਜੀ ਤਾਂ ਉਹੀ ਜਿਹੜੇ ਜੇ ਨੋਮੀਨੇਸ਼ਨਾਂ ਵਾਲੀ ਗਵਰਨਮੈਂਟ ਨਾਲ ਚਲਾਉਣੇ ਨਾ, ਫਿਰ ਆਪਾਂ ਨੂੰ ਵੋਟਾਂ ਪਾਉਣ ਦੀ ਜ਼ਰੂਰਤ ਆ, ਫਿਰ ਰਾਜੇ ਰੂਜੇ ਨੋਮੀਨੇਟ ਕਰ ਦੇਣੇ ਚਾਹੀਦੇ। ਜੀ ਕਿਉਂਕਿ ਜਿਹੜਾ ਨਾ ਇਹ ਕਰਪਸ਼ਨ ਦੀ ਮੁੱਢ ਵੱਜਦਾ ਇੱਥੋਂ, ਜਾਂ ਜਿਹੜੀਆਂ ਨੋਮੀਨੇਸ਼ਨ ਵਾਲੀਆਂ ਪੋਸਟਾਂ ਹੁੰਦੀਆਂ, ਗਵਰਨਮੈਂਟ ਦੇ ਬੰਦੇ ਕਹਿੰਦੇ ਤੁਹਾਨੂੰ ਇਹ ਲਵਾ ਦੇਂਗੇ, ਤੁਹਾਨੂੰ ਉਹ ਲਾ ਦੇਂਗੇ, ਫਿਰ ਜਿਹੜੇ ਜੱਜ ਹੋਣਗੇ ਜਾਂ ਵੱਡੇ ਆਫੀਸਰ ਉਹਨਾਂ ਨੂੰ ਤਾਂ ਗਲਤ ਕੰਮ ਕਰਾਉਣਗੇ, ਪਹਿਲਾਂ ਉਹਨੂੰ ਨੋਮੀਨੇਟ ਕਰ ਦਿਆ ਕਰਨਗੇ। ਜਿਵੇਂ ਅਮਰੀਕਾ ਵਿੱਚ ਸਿਸਟਮ ਹੈਗਾ, ਸਾਡੇ ਸੈਨੇਟ ਦਾ ਸਿਸਟਮ ਹੈਗਾ, ਉਹਦੇ ਨਾਲ ਪਾਵਰ ਬੈਲੈਂਸ ਕਰੀ ਗਈ। ਹਰ ਇੱਕ ਸਟੇਟ ਦੇ 2 ਸੈਨੇਟਰ ਨੇ, ਤੇ ਜਿਵੇਂ ਹਰੇਕ ਜ਼ਿਲ੍ਹੇ ਦਾ ਇੱਕ ਕੋਈ ਸੈਨੇਟ ਸਿਸਟਮ ਬਣਾਇਆ ਜਾ ਸਕਦਾ। ਇਲੈਕਟਡ ਬੋਡੀ ਹੋਣੀ ਚਾਹੀਦੀ ਆ, ਆਪਣਾ ਉਹਦੀ ਇਲੈਕਸ਼ਨ ਵੀ ਨਾਲ ਹੋ ਜਾਇਆ ਕਰ, ਦੂਜੇ ਦੀਆਂ ਇਲੈਕਸ਼ਨਾਂ ਨਾਲ ਹੁੰਦੀਆਂ। ਪਰ ਇਹ ਜਿਹੜੇ ਸਿਸਟਮ ਆ ਵੀ ਆ ਨੋਮੀਨੇਸ਼ਨ ਵਾਲਾ ਸਿਸਟਮ ਆ ਜੀ, ਇਹੀ ਐਕਚੁਅਲੀ ਮੁਲਕ ਦਾ ਭੱਠਾ ਬਿਠਾ ਰਿਹਾ। ਜਿਵੇਂ ਸੋ ਫਾਰ ਆਪਾਂ ਹੁਣ ਪਤਾ ਦੇਖ ਹੀ ਰਹੇ ਆ, ਆਪਾਂ ਗਵਰਨਰ ਕੀ ਕਰਦੇ ਆ, ਤੇ ਜਦੋਂ ਪ੍ਰੈਜ਼ੀਡੈਂਟ ਨੋਮੀਨੇਟ ਕਰਕੇ ਬਿਠਾ ਦਿੰਦੇ ਆ, ਉਹਦੀ ਵਿਚਾਰੀ ਪਾਵਰ ਕੋਈ ਨਹੀਂ, ਉਹਦਾ ਸਾਡਾ ਨੰਬਰ 1 ਮੈਨ ਆ ਮੁਲਕ ਦਾ। ਇਹ ਸਿਸਟਮ ਆਪਣੇ ਜਿਹੜੇ ਲੋਕਾਂ ਨੇ ਆਪਣੇ ਸੈਂਟਰਲਾਈਜ਼ ਪਾਵਰ ਕਰਨ ਦੀ ਖਾਤਰ ਬਣਾਇਆ ਹੋਇਆ ਹੈਗਾ, ਕਿ ਵੀ ਜੇ ਉਦਾਂ ਤੁਹਾਡੀ ਸਰਕਾਰ ਨਹੀਂ ਹੈਗੀ ਤਾਂ ਫਿਰ ਆਪਣੇ ਗਵਰਨਰ ਲਾ ਕੇ ਆਪਣੀ ਪਾਵਰ ਸੈਂਟਰਲਾਈਜ਼ ਕਰ ਲਓ ਉਹਨੂੰ। ਤੇ ਜਿਹੜੀ ਆਮ ਪਬਲਿਕ ਦੀ ਖਾਤਰ ਹੈ, ਉਹਦਾ ਪਬਲਿਕ ਦੀ ਖਾਤਰ ਦਾ ਨੁਕਸਾਨ ਹੀ ਨੁਕਸਾਨ ਆ। ਇਹ ਨੋਮੀਨੇਟਡ ਦੀ ਕੋਈ ਵੀ ਪੋਜੀਸ਼ਨ ਨਹੀਂ ਹੋਣੀ ਚਾਹੀਦੀ ਗਵਰਨਮੈਂਟ ਦੇ ਡਿਸੀਜਨ ਮੇਕਿੰਗ ਦੇ ਵਿੱਚ, ਜਿਸ ਤਰ੍ਹਾਂ ਸਾਡੇ ਅਮਰੀਕਾ ਵਿੱਚ ਆ। ਸਾਡੇ ਅਮਰੀਕਾ 'ਚ ਬਿਊਰੋਕ੍ਰੇਸੀ ਹੈ, ਉਹ ਥੱਲੇ ਕੰਮ ਕਰਦੇ ਆ,
ਪਰ ਉਹ ਕੋਈ ਲਾ ਕਾਨੂੰਨ ਬਣਾਉਣ ਦੇ ਵਿੱਚ ਉਹਨਾਂ ਦਾ ਕੋਈ ਸੰਬੰਧ ਨਹੀਂ ਹੈਗਾ। ਓਕੇ, ਪਰ ਉੱਥੇ ਜਿਹੜੇ ਬਹੁਤ ਸਾਰੇ ਸੈਕਟਰੀ ਆਫ ਸਟੇਟ ਵਗੈਰਾ ਜਿਹੜੇ ਹੁੰਦੇ ਆ ਉਹ ਤੇ ਚੁਣੇ ਹੋਏ ਨੁਮਾਇੰਦੇ ਨਹੀਂ ਹੁੰਦੇ। ਹਾਂਜੀ, ਸੈਕਟਰੀ ਆਫ ਸਟੇਟ ਫਿਰ ਉਹ ਜਿਹੜਾ ਸਾਡੇ ਇਹ ਵੀ ਪਾਵਰ ਹੈ ਨਾ, ਜਿਹੜਾ ਬੰਦਾ ਇਲੈਕਟ ਹੋ ਕੇ ਚਲਿਆ ਗਿਆ, ਚਾਹੇ ਪ੍ਰੈਜ਼ੀਡੈਂਟ ਬਣਿਆ ਚਲਿਆ ਗਿਆ, ਉਹਨੂੰ ਆਪਣੀ ਗਵਰਨਮੈਂਟ ਬਣਾਉਣ ਦਾ ਪੂਰਾ ਅਧਿਕਾਰ ਆ। ਪਰ ਤੁਹਾਡੇ ਉੱਥੇ ਅਮਰੀਕਾ ਦੇ ਵਿੱਚ ਹਾਊਸ ਆਫ ਰੈਪਰੈਜ਼ੈਂਟੇਟਿਵਸ ਆ ਤੇ ਜਿਹੜਾ ਸੈਨੇਟ ਆ ਉੱਥੇ, ਸੋ ਸੈਨੇਟਰਸ ਕਿੰਨਾ ਕੁ ਵਧੀਆ ਰੋਲ ਪਲੇ ਕਰ ਰਹੇ ਉੱਥੇ? ਸਾਡੀ ਜਿਹੜੀ ਪਾਵਰ ਚੈੱਕ ਆ ਸਿਰਫ ਉਹ ਸੈਨੇਟਾਂ ਦੇ ਹੱਥ 'ਚ ਹੀ ਆ, ਕਿਉਂਕਿ ਜਿਹੜੇ ਹੈਗੇ ਆਪਣੇ ਪਾਵਰ ਚੈੱਕ ਦਾ ਮਤਲਬ ਇਹ ਜਿਵੇਂ ਸਾਡੇ ਜਿਹੜੇ ਜਿਹਨਾਂ ਲੋਕ ਬੰਦਿਆਂ ਨੇ ਪਹਿਲਾਂ ਮੁਲਕ ਬਣਾਇਆ, ਜਿਹਨਾਂ ਨੇ ਸੰਵਿਧਾਨ ਪਹਿਲਾਂ ਬਣਾਇਆ, ਕਿਉਂਕਿ ਹਰ ਇੱਕ ਸਟੇਟ ਛੋਟੀ ਵੱਡੀ ਵੀ ਹੋ ਸਕਦੀ ਆ, ਸਟੇਟ ਪਾਪੂਲੇਸ਼ਨ ਵੀ ਬਹੁਤ ਘੱਟ ਹੋ ਸਕਦੀ ਆ, ਪਰ ਹਰ ਇੱਕ ਸਟੇਟ ਨੂੰ ਸੈਨੇਟਰ 2 ਮਿਲਦੇ ਆ। ਸ਼ੋਰ, ਉਹਦੇ ਨਾਲ ਹਰ ਇੱਕ ਸਟੇਟ ਦੀ ਇੰਪੋਰਟੈਂਸ ਉਨੀ ਹੀ ਹੈ ਕਾਨੂੰਨ ਬਣਾਉਣ ਦੇ ਵਿੱਚ। ਪਰ ਇਹੋ ਹੀ ਕੁਝ ਲੋਕਾਂ ਦੀ ਫੀਲਿੰਗ ਹੈ ਨਾ ਗੁਲਿੰਦਰ ਗਿੱਲ ਜੀ, ਵੀ ਜਿਵੇਂ ਇੱਥੇ ਚੈੱਕਸ ਐਂਡ ਬੈਲੈਂਸਿਸ ਦਾ ਸਿਸਟਮ ਆ, ਇੱਕ ਤਰੀਕੇ ਦੀ ਸੈਨੇਟ ਜਿਹੜੀ ਆ ਉਹ ਹਾਊਸ ਦੇ ਉੱਤੇ ਚੈੱਕ ਆ, ਇਸੇ ਤਰ੍ਹਾਂ ਜੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੀ ਅਪਰ ਹਾਊਸ ਲੋਅਰ ਹਾਊਸ ਹੋਊਗਾ ਤੇ ਉਹ ਅਪਰ ਹਾਊਸ ਜਿਹੜਾ ਵਾ ਇੱਕ ਤਰੀਕੇ ਦੀ ਚੈੱਕ ਹੋਊਗੀ ਲੋਅਰ ਹਾਊਸ ਤੇ। ਪਰ ਉਹਨੂੰ ਇਲੈਕਟਡ ਹੋਣਾ ਚਾਹੀਦਾ, ਉਹ ਨੋਮੀਨੇਟਡ ਨਹੀਂ ਹੋਣਾ ਚਾਹੀਦਾ। ਨਹੀਂ, ਉਹ ਹੈ ਤੇ ਸਿਸਟਮ ਇਲੈਕਟਡ ਹੀ ਆ, ਪਰ ਉਹ ਇਨਡਾਇਰੈਕਟ ਇਲੈਕਸ਼ਨ ਹੈ ਨਾ। ਨੋਮੀਨੇਸ਼ਨ ਜਿਹੜੀ ਆ ਉਹ ਤੇ ਸਿਰਫ ਕੁਝ ਮੈਂਬਰਾਂ ਦੀ ਹੋਊਗੀ, ਇਨਡਾਇਰੈਕਟ ਇਲੈਕਸ਼ਨ। ਰਾਜ ਸਭਾ ਦੇ ਮੈਂਬਰ ਆਪਾਂ ਪਬਲਿਕ ਥੋੜਾ ਇਲੈਕਟ ਕਰਦੇ, ਪਬਲਿਕ ਨਹੀਂ ਕਰਦੀ, ਪਰ ਚੁਣੇ ਹੋਏ ਨੁਮਾਇੰਦੇ ਇਲੈਕਟ ਕਰਦੇ ਆ ਨਾ। ਨਾ ਉਹ ਫਿਰ ਉਹ ਸਿਸਟਮ ਉਹੀ ਹੈ ਨਾ, ਉਹੀ ਤਾਂ ਫਿਰ ਆਪਦੇ ਬੰਦਿਆਂ ਨੂੰ ਕਿੱਥੇ ਸਾਰੀ ਦੁਨੀਆ ਨੇ ਆਪਣਾ ਬੰਦਾ ਚੁਣ ਕੇ ਭੇਜਣਾ, ਕਿੱਥੇ ਕੁਝ ਬੰਦਿਆਂ ਨੇ ਭੇਜਣਾ, ਫਿਰ ਉੱਥੇ ਕਰਪਸ਼ਨ ਸ਼ੁਰੂ ਹੁੰਦੀ ਹੈ। ਇਸ ਕਰਕੇ ਜਿਹੜੇ ਇਹ ਨੋਮੀਨੇਸ਼ਨ ਹੀ ਹੈ ਨਾ ਕਿ ਇਲੈਕਟਡ ਦੇ, ਉਹ ਤਾਂ 100 ਕਾਲ ਤੁਸੀਂ ਇਲੈਕਟਡ ਕਹਿ ਸਕਦੇ ਹੋ, ਪਰ ਜੇ ਉਹਨਾਂ ਦੀ ਬਾਕੀ ਵੋਟਾਂ ਵੀ ਪੈਂਦੀਆਂ ਉਹਨਾਂ ਦੀਆਂ ਵੋਟਾਂ ਪੈ ਜਾਇਆ ਕਰਨ ਬਰਾਬਰ, ਫਿਰ ਕੀ ਹੁੰਦਾ? ਸੋ ਕੋਈ ਕਿਸੇ ਤਰੀਕੇ ਦੀ ਨੋਮੀਨੇਸ਼ਨ ਨਹੀਂ ਹੋਣੀ ਚਾਹੀਦੀ। ਮਿਹਰਬਾਨੀ, ਥੈਂਕ ਯੂ ਗੁਰਿੰਦਰ ਜੀ। ਕਾਕਾ ਬੈਂਸ ਕਹਿ ਰਹੇ ਨੇ ਕਿ ਰਾਜ ਸਭਾ ਵਿੱਚ ਵੀ ਤਾਂ ਮਾਹਰ ਹੀ ਹੋਣੇ ਚਾਹੀਦੇ ਆ, ਪਰ ਵੇਖ ਲਓ ਉੱਥੇ ਕੀ ਹੋ ਰਿਹਾ ਵਾ। ਮਨਜੀਤ ਸੁਰਖਾ ਸਹਿਮਤ ਨੇ ਗੁਰਿੰਦਰ ਗਿੱਲ ਦੇ ਨਾਲ। ਸਤਨਾਮ ਸਿੰਘ ਧਾਮੀ ਨੇ ਕਲੈਰੀਫਿਕੇਸ਼ਨ ਦਿੱਤੀ ਹੈ, ਕੈਨੇਡਾ 'ਚ ਸੈਨੇਟ ਤੇ ਹਾਊਸ ਆਫ ਕਾਮਨਸ ਦੋਨੋਂ ਨੇ। ਬਿਲਕੁਲ ਠੀਕ ਹੈ ਜੀ, ਮੈਂ ਵੀ ਚੈੱਕ ਕੀਤਾ ਹੁਣੇ। ਕਰਨਲ ਅਵਤਾਰ ਸਿੰਘ ਕਹਿ ਰਹੇ ਨੇ ਇੱਥੇ ਸਿਰਫ ਹਾਊਸ ਆਫ ਕਾਮਨਸ ਆ, ਇੱਥੇ ਸੈਨੇਟ ਵੀ ਹੈ ਜਿਹਦੇ 105 ਮੈਂਬਰ ਆ ਟੋਟਲ। ਮਿਸਕੀ ਗੁਪਤਾ ਤੇ ਦਲਵੀਰ ਸਿੰਘ ਉਹਨਾਂ ਦੇ ਵੀ ਤਾਜ਼ੇ ਕਮੈਂਟ ਤੁਸੀਂ ਦੇਖ ਸਕਦੇ ਹੋ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਰਵਣ ਆ ਵੈਨਕੂਵਰ ਤੋਂ। ਹਾਂਜੀ ਸਰਵਣ ਜੀ। ਉਹ ਜਨਾਬ ਗੱਲ ਇਹ ਆ ਵੀ ਮੈਂ ਸੁਣਦਾ ਤੁਹਾਡਾ, ਤੇ ਤੁਸੀਂ ਇੱਕ ਸਵਾਲ ਪੁੱਛਿਆ ਸੀ ਕਰਨਲ ਸਾਹਿਬ ਨੂੰ। ਆਓ ਮੈਂ ਕਲੈਰੀਫਿਕੇਸ਼ਨ ਦੇਤੀ ਜੀ। ਹਾਊਸ ਆਫ ਕਾਮਨਸ ਦੇ ਨਾਲ ਇੱਥੇ ਸੈਨੇਟ ਵੀ ਹੈ ਔਰ 105 ਮੈਂਬਰ ਹੈ ਕੈਨੇਡਾ ਦੇ ਵਿੱਚ। ਹਾਂਜੀ। ਤੇ ਵੈਸੇ ਜਿਹੜੀਆਂ ਸਾਡੀਆਂ ਨਾ ਵਿਧਾਨ ਸਭਾਵਾਂ ਹੈਗੀਆਂ, ਸਾਡੇ ਇੱਥੇ ਕੋਈ ਹੋਰ ਇਹਨਾਂ ਦੇ ਉੱਪਰ ਹੋਰ ਹੈ ਨਹੀਂ ਕੋਈ ਵੀ, ਤੇ ਸਿਰਫ ਲੈਫਟੀਨੈਂਟ ਗਵਰਨਰ ਆ। ਸੋ ਇਹ ਜਿਹੜਾ ਹਾਊਸ ਜਿਵੇਂ ਇੱਥੇ ਸੈਨੇਟ ਆ ਉਹ ਸਿਰਫ ਸੈਂਟਰਲ ਲੈਵਲ ਤੇ ਆ, ਸਟੇਟਾਂ ਦੇ ਵਿੱਚ ਸਿਰਫ ਇੱਕੋ ਹੀ ਹਾਊਸ ਹੈ। ਸਟੇਟਾਂ ਦੇ ਵਿੱਚ ਇੱਕੋ ਹੀ ਹਾਊਸ ਆ। ਓਕੇ, ਉਹ ਆਪਣਾ ਜਿਹੜੇ ਬਿੱਲ ਪਾਸ ਕਰਕੇ ਤੇ ਲੈਫਟੀਨੈਂਟ ਗਵਰਨਰ ਨੂੰ ਭੇਜਦੇ ਆ। ਸ਼ੋਰ। ਤੇ ਜਿਹੜਾ ਲੈਫਟੀਨੈਂਟ ਗਵਰਨਰ ਆ ਉਹ ਸੂਬੇ ਨੂੰ ਰਿਪਰੈਜ਼ੈਂਟ ਕਰਨ ਵਾਲਾ ਲੱਗਦਾ ਆ। ਰਾਈਟ। ਤੇ ਰਾਣੀ ਦਾ ਨੁਮਾਇੰਦਾ ਹੁੰਦਾ। ਇਹ ਆ ਸਿਸਟਮ। ਸੋ ਇੱਥੇ ਸੈਂਟਰਲ ਲੈਵਲ ਤੇ ਬਾਈ ਕੈਮਰਲ ਸਿਸਟਮ ਹੈ, ਪਰ ਸਟੇਟਾਂ ਦੇ ਵਿੱਚ ਸਿੰਗਲ ਹਾਊਸ ਹੈ। ਹਾਂਜੀ, ਜਿਹੜਾ ਸੈਂਟਰਲ ਲੈਵਲ ਤੇ ਆ ਉੱਥੇ ਪ੍ਰਾਈਮ ਮਿਨਿਸਟਰ ਅਪਾਇੰਟ ਕਰਦਾ, ਤਾਂ ਜਿਹੜੀ ਸੈਨੇਟਰ ਦੀ ਬੁਨਿਆਦ ਹੁੰਦੀ ਆ ਉਹ ਉਮਰ ਦੇ ਹਿਸਾਬ ਨਾਲ ਹੁੰਦੀ ਆ, ਉਹ 5-6 ਸਾਲ ਨਹੀਂ। ਹੁਣ ਮੇਰੇ ਖਿਆਲ 75 ਸਾਲ ਕਰਤੀ ਉਹਦੀ ਰਿਟਾਇਰਮੈਂਟ ਏਜ। 75 ਸਾਲ ਤੱਕ ਆ, ਉਹ 75 ਸਾਲ ਤੱਕ ਰਹਿੰਦਾ। ਤੇ ਪ੍ਰਾਈਮ ਮਿਨਿਸਟਰ ਕੱਲੇ ਸੂਬਿਆਂ ਨੂੰ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ, ਹਰ ਸੂਬੇ ਦੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਉੱਥੋਂ ਸੈਂਟਰ ਲਈ ਜਾਂਦੇ ਆ, ਪਰ ਉਹ ਅਪਾਇੰਟ ਪ੍ਰਾਈਮ ਮਿਨਿਸਟਰ ਹੀ ਕਰਦਾ। ਰਾਈਟ। ਤੇ ਹੈਗੇ ਉਹ ਸੈਂਟਰ ਵਿੱਚ ਜਿਹੜੀ ਫੈਡਰਲ ਗਵਰਨਮੈਂਟ ਆ। ਮਿਹਰਬਾਨੀ। ਇੱਥੇ ਅਸੀਂ ਫੈਡਰਲ ਗਵਰਨਮੈਂਟ ਕਹਿ ਦਿੰਦੇ ਆ। ਸੂਬਿਆਂ ਦੇ ਵਿੱਚ ਅਸੈਂਬਲੀ ਦੇ ਉੱਪਰ ਕੋਈ ਨਹੀਂ ਹੈ। ਥੈਂਕ ਯੂ ਸਿਰਫ ਲੈਫਟੀਨੈਂਟ ਗਵਰਨਰ ਹੈ। ਥੈਂਕ ਯੂ ਸਰਵਨ ਜੀ, ਬਹੁਤ ਅੱਛਾ ਤੁਸੀਂ ਗੱਲ ਜਾਣਕਾਰੀ ਸ਼ੇਅਰ ਕੀਤੀ ਹੈ, ਬਹੁਤ ਮਿਹਰਬਾਨੀ। ਮੀਨਵੈਲ ਦਲਵੀਰ ਸਿੰਘ ਤੇ ਮਿਸਕੀ ਗੁਪਤਾ ਦੇ ਵੀ ਤਾਜ਼ੇ ਕਮੈਂਟ ਤੁਸੀਂ ਦੇਖ ਸਕਦੇ ਜੇ। ਗੁਰਸੇਵਕ ਸਿੰਘ ਮਾਨ ਦਾ ਕਮੈਂਟ ਹੁਣੇ ਫੇਸਬੁੱਕ ਤੇ ਆਇਆ। ਉਹ ਕਹਿੰਦੇ ਜੇ ਪੰਜਾਬ ਹਿੱਤ ਵਿੱਚ ਕੰਮ ਕਰਨਾ ਹੋਵੇ ਤਾਂ ਵਿਧਾਨ ਸਭਾ ਹੀ ਬਹੁਤ ਹੈ। ਜੇ ਇੱਕ ਦੂਜੇ ਨਾਲ ਗਾਲੋ ਗਲੋਚ ਕਰਨਾ ਤਾਂ ਜਾਂ ਨਿੱਜੀ ਚਿੱਕੜ ਸੁੱਟਣਾ ਵਾ ਤੇ ਇੱਕ ਦੂਜੇ ਤੇ, ਫਿਰ ਉੱਥੇ ਵੀ ਇਹੋ ਕੁਝ ਹੋਣਾ। ਜੇ ਤੁਸੀਂ ਲੋਅਰ ਹਾਊਸ ਦੇ ਥਾਂ ਤੇ ਨਾਲ ਅਪਰ ਹਾਊਸ ਵੀ ਕਰਤਾ, ਵਿਧਾਨ ਸਭਾ ਦੇ ਨਾਲ ਵਿਧਾਨ ਪ੍ਰੀਸ਼ਦ ਵੀ ਲੈਣ ਦਾ, ਜੇ ਗਾਲੀ ਗਲੋਚ ਹੀ ਹੋਣਾ ਤੇ ਫਿਰ ਕੀ ਉਹਦਾ ਫਾਇਦਾ ਹੋਵੇਗਾ। ਗੁਰਸੇਵਕ ਸਿੰਘ ਮਾਨ ਹੋਣਾ ਦਾ ਕਮੈਂਟ ਹੈ। ਹੁਣ ਪ੍ਰੋਗਰਾਮ ਖਤਮ ਕਰਨ ਦੀ ਤੁਹਾਡੇ ਤੋਂ ਇਜਾਜ਼ਤ ਲੈ ਰਿਹਾ। ਬਹੁਤ ਅੱਛੀ ਵਿਚਾਰ ਚਰਚਾ ਸੀ।
ਬਹੁਤੇ ਲੋਕਾਂ ਨੇ ਇਹੋ ਹੀ ਕਿਹਾ ਵਾ ਕਿ ਵਿਧਾਨ ਪ੍ਰੀਸ਼ਦ ਜੇ ਹੋਵੇ ਤੇ ਚੰਗੇ ਮੈਂਬਰ ਹੋਣੇ ਚਾਹੀਦੇ ਆ, ਪਰ ਜਿਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਮੁਲਕ ਦੇ ਵਿੱਚ, ਪੰਜਾਬ ਦੇ ਵਿੱਚ, ਇਹਦੀ ਲੋੜ ਨਹੀਂ। ਔਰ ਜੇ ਇਹ ਬਣਾਈ ਗਈ ਤੇ ਇਹ ਇੱਕ ਚਿੱਠਾ ਹਾਥੀ ਸਾਬਤ ਹੋਊਗਾ, ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਹੋਊਗਾ, ਪੰਜਾਬ ਦੇ ਪੈਸੇ ਦੀ ਦੁਰਉਪਯੋਗ ਹੋਊਗਾ, ਔਰ ਇਹਦੀ ਲੋੜ ਨਹੀਂ। ਇਹ ਬਹੁਤਿਆਂ ਦਾ ਵਿਚਾਰ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਹੁਣ ਪ੍ਰੋਗਰਾਮ ਖਤਮ ਕਰਨ ਦੀ ਲੈ ਰਿਹਾ ਤੁਹਾਡੇ ਤੋਂ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼, ਤੁਹਾਡੇ ਸਾਰਿਆਂ ਦਾ ਰੱਬ ਰੱਖੇ।